ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਡਾਕਟਰ ਰਾਜੀਵ ਖੋਸਲਾ, ਜਾਣੇ ਮਾਣੇ ਇਕਨੋਮਿਸਟ। ਬਹੁਤ ਬਹੁਤ ਸਵਾਗਤ ਤੁਹਾਡਾ ਸ਼ੋਅ ਦੇ ਵਿੱਚ ਰਾਜੀਵ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸਪੈਕੂਲੇਸ਼ਨ ਇੱਕ ਬੜਾ ਜ਼ਬਰਦਸਤ ਸ਼ਬਦ ਹੈ। ਉਮੀਦ ਅਸੀਂ ਹਮੇਸ਼ਾ ਆਮ ਭਾਸ਼ਾ ਦੇ ਵਿੱਚ ਇਸਤੇਮਾਲ ਕਰਦੇ ਹਾਂ। ਐਕਸਪਰਟਸ ਦੇ ਮੁਤਾਬਿਕ ਹੋਪ, ਉਮੀਦ ਇਜ਼ ਨਾਟ ਅ ਸਟ੍ਰੈਟਜੀ। ਸਿਰਫ ਇੱਕ ਫੀਲਿੰਗ ਹੈ ਜਿਸ ਦੇ ਆਧਾਰ ਦੇ ਉੱਤੇ ਤੁਸੀਂ ਅੱਗੇ ਵੱਧ ਸਕਦੇ ਹੋ। ਅੱਗੇ ਵਧਣ ਵਾਸਤੇ ਤੁਹਾਨੂੰ ਇੱਕ ਪਲਾਨ ਚਾਹੀਦਾ, ਇੱਕ ਸਟ੍ਰੈਟਜੀ ਚਾਹੀਦੀ ਹੈ। ਸੋ ਪੀਯੂਸ਼ ਗੋਇਲ ਸਾਹਿਬ ਸਾਡੇ ਕਾਮਰਸ ਐਂਡ ਇੰਡਸਟਰੀ ਦੇ ਮਿਨਿਸਟਰ ਕਹਿੰਦੇ ਨੇ ਕਿ ਸਨ 2030 ਦੇ ਵਿੱਚ ਸਾਡਾ ਪੈਸਾ ਰੁਪਈਆ ਬੜਾ ਸਟਰੋਂਗ ਹੋ ਜਾਏਗਾ। 8 ਸਾਲ ਪਹਿਲਾਂ ਹੀ ਉਹ ਇਸ ਚੀਜ਼ ਨੂੰ ਅਨਾਉਂਸ ਕਰਦੇ ਪਏ ਨੇ ਔਰ ਉਸ ਦੇ ਆਧਾਰ ਦੇ ਉੱਤੇ ਬਾਕੀ ਸਾਰੀਆਂ ਪਲੈਨਿੰਗਸ ਡਿਸਕਸ ਕਰਦੇ ਪਏ ਨੇ। ਸੋ ਆਪਾਂ ਉਹਨੇ ਆਪਣੇ ਪੁਆਇੰਟ ਦੇ ਉੱਤੇ ਜਿੱਥੋਂ ਆਪਾਂ ਸ਼ੁਰੂ ਕਰਾਂਗੇ ਰਾਜੀਵ ਜੀ, ਇਸ ਵਕਤ ਸਾਡੀ ਰੂਪੀ ਦੀ ਵੈਲਿਊ ਕੀ ਹੈ? ਕਿਉਂਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅਮਰੀਕਨ ਡਾਲਰਸ ਦੇ ਮੁਕਾਬਲੇ ਹਮੇਸ਼ਾ ਹੀ ਇਵੈਲੂਏਟ ਕੀਤਾ ਜਾਂਦਾ ਰੂਪੀ ਨੂੰ। ਯੈਸ ਸਰ, ਜਿਹੜਾ ਇਸ ਵੇਲੇ ਰੁਪਈਆ ਹੈ, ਰੁਪਈਏ ਨੂੰ ਲੈ ਕੇ ਬੜੀ ਪ੍ਰੋਬਲਮ ਆਈ ਹੋਈ ਹੈ। ਰੁਪਈਆ ਲਗਾਤਾਰ ਥੱਲੇ ਗਿਰ ਰਿਹਾ ਔਰ ਜੇ ਅਸੀਂ ਪਿਛਲੇ 8 ਸਾਲ ਦੀ ਗੱਲ ਕਰੀਏ, ਕਿਉਂਕਿ ਤੁਸੀਂ ਅਗਲੇ 8 ਸਾਲ ਦੀ ਗੱਲ ਕੀਤੀ ਹੈ, ਮੈਂ 2014 ਤੋਂ ਜੇ ਚੱਕਦਾ ਪਿਛਲੇ 8 ਸਾਲ ਦੀ ਜੇ ਗੱਲ ਕਰਦਾ ਤਾਂ ਰੁਪਈਏ ਦੀ ਕੀਮਤ ਜਿਹੜੀ ਹੈ, ਜਦੋਂ ਮੋਦੀ ਸਾਹਿਬ ਦੀ ਸਰਕਾਰ ਆਈ ਸੀ 2014 ਦੇ ਵਿੱਚ, ਉਸ ਵੇਲੇ 1 ਰੁਪਏ ਦੀ $1 ਦੀ ਕੀਮਤ ਤਕਰੀਬਨ 58 ਰੁਪਏ ਦੇ ਬਰਾਬਰ ਸੀ। ਉਹ ਗਿਰਦੇ ਗਿਰਦੇ 58 ਤੋਂ 60 ਰੁਪਏ ਸੀ। ਉਹ ਗਿਰਦੇ ਗਿਰਦੇ ਇਸ ਵੇਲੇ 77 ਪਾਰ ਕਰ ਚੁੱਕੇ, 77 ਰੁਪਏ, 77 65 ਜਿਹੜੀ ਹੈ ਐਗਜ਼ੈਕਟ ਜਿਹੜਾ ਹੈ ਵੈਲਿਊ, ਇੰਨੇ ਤੇ ਰੁਪਈਆ ਟੁੱਟ ਕੇ ਜਾ ਚੁੱਕਾ ਹੈ। ਤਾਂ ਇਹ ਜਿਹੜੀ ਗੱਲ ਹੈ ਵੀ ਰੁਪਈਆ ਵੀ ਅਸੀਂ ਐਕਸਪੋਰਟ ਜ਼ਿਆਦਾ ਕਰ ਲਾਂਗੇ, ਜਾਂ ਪਿਊਸ਼ ਗੋਇਲ ਜੀ ਜਿਸ ਤਰੀਕੇ ਦੇ ਨਾਲ ਆਪਟਿਮਿਜ਼ਮ ਸ਼ੋ ਕਰ ਰਹੇ ਨੇ, ਉਹ ਕਿਤੇ ਨਾ ਕਿਤੇ ਜਿਹੜੀਆਂ ਕਈ ਬੁਨਿਆਦੀ ਚੀਜ਼ਾਂ ਨੇ ਜੋ ਅਰਥਚਾਰੇ ਦੇ ਵਿੱਚ ਸਮਝਣ ਦੀ ਲੋੜ ਹੈ, ਉਹਨਾਂ ਨੂੰ ਮਿਸ ਕਰ ਰਹੇ ਨੇ ਕਿਤੇ। ਕਿਉਂਕਿ ਰੁਪਈਆ ਉਦੋਂ ਗਿਰਦਾ ਜਦੋਂ ਸਾਡੇ ਕੋਲ ਫੋਰਨ ਐਕਸਚੇਂਜ ਦੇ ਉੱਤੇ ਦਬਾਅ ਪੈ ਜਾਂਦਾ, ਜਦੋਂ ਸਾਡੇ ਕੋਲ ਪੈਸੇ ਦੀ ਜਿਹੜੀ ਆਵਤ ਹੈ, ਜਿਹੜਾ ਪੈਸਾ ਹੈ ਬਾਹਰੋਂ, ਜਿਹੜਾ ਡਾਲਰ ਹੈ ਉਹ ਨਾ ਆ ਰਿਹਾ ਹੋਵੇ ਔਰ ਸਾਡਾ ਖਰਚਾ ਜ਼ਿਆਦਾ ਹੋ ਰਿਹਾ ਹੋਵੇ, ਉਸ ਵੇਲੇ ਰੁਪਈਆ ਟੁੱਟਦਾ। ਤਾਂ ਮੈਨੂੰ ਲੱਗਦਾ ਵੀ ਇਹ ਬਹੁਤ ਹੀ ਜ਼ਿਆਦਾ ਕੋਈ ਸੰਜੀਦਾ ਤਰੀਕੇ ਦੇ ਨਾਲ ਔਰ ਇੰਟਰਨੈਸ਼ਨਲ ਪਲੇਟਫਾਰਮ ਤੇ ਬੈਠ ਕੇ ਦਾਵੋਸ ਦੇ ਵਿੱਚ ਇਹ ਕਹਿਣਾ ਕਿ ਅਸੀਂ ਐਕਸਪੋਰਟ ਬਹੁਤ ਜ਼ਿਆਦਾ ਕਰ ਲਾਂਗੇ, ਉਹ ਕਿਤੇ ਨਾ ਕਿਤੇ ਇੱਕ ਪੱਖ ਨੂੰ, ਐਕਸਪੋਰਟ ਵਾਲੇ ਨੂੰ ਤਾਂ ਠੀਕ ਹੈ, ਦਰਾਮਦਾਂ ਸਾਡੀਆਂ ਜ਼ਿਆਦਾ ਹੋ ਜਾਣਗੀਆਂ, ਪਰ ਜਿਹੜੀਆਂ ਬਰਾਮਦਾਂ ਵਾਲਾ ਪੱਖ ਹੈ, ਇੰਪੋਰਟ ਵਾਲਾ ਪੱਖ ਹੈ ਤੇ ਰੁਪਈਏ ਵਾਲਾ ਪੱਖ ਹੈ, ਉਹਦੇ ਨਾਲ ਕਿਤੇ ਨਾ ਇਨਸਾਫੀ ਕੀਤੀ ਹੈ ਪਿਊਸ਼ ਗੋਇਲ ਸਾਹਿਬ ਨੇ। ਜਦੋਂ ਆਪਾਂ ਇੰਪੋਰਟ ਕਰਾਂਗੇ ਤਾਂ ਪੇਮੈਂਟਸ ਉਹ ਵੀ ਡਾਲਰਸ ਦੇ ਵਿੱਚ ਨੇ, ਜਦੋਂ ਐਕਸਪੋਰਟ ਕਰਾਂਗੇ ਸਾਨੂੰ ਪੇਮੈਂਟਸ ਮਿਲਣਗੀਆਂ ਉਹ ਵੀ ਡਾਲਰਸ ਦੇ ਵਿੱਚ ਮਿਲਣਗੀਆਂ। ਸੋ ਰੁਪਏ ਦੀ ਵੈਲਿਊ ਘਟਦੀ ਪਈ ਹੈ ਤਾਂ ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਜ਼ਿਆਦਾ ਖਰਚਾ ਕਰਨਾ ਪਏਗਾ ਔਰ ਜਦੋਂ ਮਿਲੇਗਾ ਉਦੋਂ ਘੱਟ ਮਿਲੇਗਾ। ਤੇ ਫਿਰ ਬੈਲੈਂਸ ਆਫ ਪੇਮੈਂਟਸ ਦਾ ਕੀ ਹਾਲ ਬਣੇਗਾ ਰਾਜੀਵ ਜੀ? ਦੇਖੋ ਸਰ, ਬੜਾ ਅੱਛਾ ਤੁਸੀਂ ਸਵਾਲ ਪੁੱਛਿਆ ਹੈਗਾ। ਇਸ ਵੇਲੇ ਬੈਲੈਂਸ ਆਫ ਪੇਮੈਂਟਸ ਜਿਹੜੀਆਂ ਨੇ ਸਟ੍ਰੈਸਡ ਨੇ ਜੀ। ਇਹ ਆਪਾਂ ਐਕਸਪੋਰਟ ਇੰਪੋਰਟ ਦੇ ਮੈਂ ਅੰਕੜੇ ਦੇਖ ਰਿਹਾ ਸੀ ਜਦੋਂ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ ਵੀ ਆਪਾਂ ਅੱਜ ਰੁਪਈਏ ਦੇ ਉੱਤੇ ਸ਼ੋਅ ਕਰਨਾ ਹੈਗਾ ਵੀ ਰੁਪਈਏ ਦੀ ਜਿਹੜੀ ਕੀਮਤ ਹੈ ਉਹ ਟੁੱਟ ਰਹੀ ਹੈ। ਤਾਂ ਮੈਂ ਜਦੋਂ ਇਹ ਡਾਟਾ ਦੇਖ ਰਿਹਾ ਸਾਂ ਵੀ ਆਖਿਰ ਰੁਪਈਏ ਦੀ ਕੀਮਤ ਜਿਹੜੀ ਹੈ ਟੁੱਟ ਕਿਉਂ ਰਹੀ ਹੈ, ਬੜਾ ਪੈਰਾਡੌਕਸੀਕਲ ਹੋਇਆ ਜੀ ਇਹ ਕੰਮ ਵੀ ਸਰਕਾਰ ਇੱਕ ਪਾਸੇ ਤਾਂ ਇਸ ਚੀਜ਼ ਦਾ ਡੰਕਾ ਵਜਾ ਰਹੀ ਹੈ ਵੀ ਸਾਡਾ ਐਕਸਪੋਰਟ ਬਹੁਤ ਜ਼ਿਆਦਾ ਹੋਇਆ ਜੀ, ਪਰ ਸਾਈਮਲਟੇਨੀਅਸਲੀ ਸਰਕਾਰ ਇੱਕ ਚੀਜ਼ ਨੂੰ ਲਗਾਤਾਰ ਹਾਈਡ ਕਰ ਰਹੀ ਹੈ, ਲੁਕੋ ਰਹੀ ਹੈ, ਜਿਸ ਦੇ ਬਾਰੇ ਸਰਕਾਰ ਨਹੀਂ ਗੱਲ ਕਰ ਰਹੀ ਹੈ, ਉਹ ਹੈ ਇੰਪੋਰਟਸ ਦੇ ਬਾਰੇ। ਜਦੋਂ ਅਸੀਂ ਐਕਸਪੋਰਟ ਤੇ ਇੰਪੋਰਟ ਦੋਨਾਂ ਨੂੰ ਦੇਖਦੇ, ਕਿਉਂਕਿ ਬੈਲੈਂਸ ਆਫ ਪੇਮੈਂਟ ਜਾਂ ਬੈਲੈਂਸ ਆਫ ਟ੍ਰੇਡ, ਜਿਹੜਾ ਟ੍ਰੇਡ ਹੁੰਦਾ ਉਹ ਐਕਸਪੋਰਟ ਤੇ ਇੰਪੋਰਟ ਨੂੰ ਲੈ ਕੇ ਹੁੰਦਾ ਜੀ। ਤਾਂ ਅਸੀਂ ਅੰਕੜਿਆਂ ਦੇ ਵਿੱਚ ਥੋੜਾ ਜਿਹਾ ਜਾਂਦੇ ਆ ਤਾਂ ਸਾਨੂੰ ਪਤਾ ਲੱਗਦਾ ਵੀ ਐਕਸਪੋਰਟ ਦੀ ਗਰੋਥ ਜੇ ਪਿਛਲੇ ਸਾਲ ਦੇ ਮੁਕਾਬਲੇ 2021-22 ਦੇ ਵਿੱਚ 2020-21 ਇਹ ਜਿਹੜਾ ਸਾਰਾ ਡੇਟਾ ਹੈ ਇਹ ਅਪ੍ਰੈਲ ਤੋਂ ਲੈ ਕੇ ਮਾਰਚ ਤੱਕ ਦਾ, ਔਰ ਮੈਂ ਸਿਰਫ 2 ਸਾਲਾਂ ਦਾ ਤੁਹਾਡੇ ਕੋਲ ਡੇਟਾ ਪੇਸ਼ ਕਰਨ ਲੱਗਾ ਬਈ ਜੇ 2020-21 ਦੇ ਮੁਕਾਬਲੇ 21-22 ਦੇ ਐਕਸਪੋਰਟ ਦੀ ਗੱਲ ਕਰੀਏ ਤਾਂ ਉਹਦੇ ਚ ਗਰੋਥ ਜਿਹੜੀ ਆਈ ਹੈ ਉਹ ਹੋਈ ਹੈ 34.5% ਦੀ। ਪਰ ਇਸੇ ਟਾਈਮ ਪੀਰੀਅਡ ਦੌਰਾਨ
ਜਦੋਂ ਅਸੀਂ ਇੰਪੋਰਟ ਦੀ ਗੱਲ ਕਰਦੇ ਹਾਂ ਵੀ ਇੰਪੋਰਟ ਕਿੰਨਾ ਹੋਇਆ, ਤਾਂ ਇੰਪੋਰਟ ਦੀ ਗਰੋਥ ਤਕਰੀਬਨ 48% ਹੈ। ਤੁਸੀਂ ਦੇਖੋ ਜੀ 34.5% ਵਰਸਸ 48%। ਤਾਂ ਸਰਕਾਰ ਉਹ ਵਾਲਾ ਪੱਖ ਜਿਹੜਾ ਸਰਕਾਰ ਨਹੀਂ ਗੱਲ ਕਰ ਰਹੀ, ਜਿਹਦੇ ਕਰਕੇ ਸਾਡੇ ਬੈਲੈਂਸ ਆਫ ਪੇਮੈਂਟ ਦੇ ਉੱਤੇ ਦਬਾਅ ਪੈਂਦਾ ਹੈ ਔਰ ਸਾਡਾ ਰੁਪਈਆ ਜਿਹੜਾ ਹੈ ਉਹ ਟੁੱਟ ਜਾਂਦਾ। ਸਾਡੇ ਦੇਖੋ ਨਾ, ਰੁਪਈਆ ਟੁੱਟਣ ਦਾ ਬੜਾ ਸਿੱਧਾ ਕਾਰਨ ਹੈ ਵੀ ਸਾਡੇ ਕੋਲ ਰੁਪਈਆ ਡਾਲਰ ਘਟ ਰਿਹਾ ਤੇ ਡਾਲਰ ਜ਼ਿਆਦਾ ਰਿਹਾ, ਸਾਡੀ ਪੇਮੈਂਟ ਜ਼ਿਆਦਾ ਹੋ ਰਹੀ ਹੈ, ਡਾਲਰ ਘਟ ਰਿਹਾ। ਬੜਾ ਸਿੱਧਾ ਜਿਹਾ ਫੰਡਾ ਹੈਗਾ, ਇਹਦੇ 'ਚ ਕੋਈ ਬਹੁਤ ਵੱਡਾ ਰਾਕਟ ਸਾਇੰਸ ਇਨਵੋਲਵਡ ਨਹੀਂ ਹੈ। ਆਮ ਬੰਦਾ ਇਸ ਚੀਜ਼ ਨੂੰ ਸਮਝ ਸਕਦਾ ਵੀ ਜਦੋਂ ਸਾਡੇ ਕੋਲ ਰੁਪਈਆ ਘਟ ਰਿਹਾ, ਇੱਕ ਟੈਂਕੀ ਦੇ ਤੌਰ ਤੇ ਅਸੀਂ ਦੇਖੀਏ ਕਿ ਟੈਂਕੀ ਦੇ ਵਿੱਚ ਪਾਣੀ ਹੈ, ਜੇ ਉਹਦੇ 'ਚ ਲੀਕੇਜ ਆ ਜਾਏਗੀ, ਉਹਦੇ 'ਚ ਪਾਣੀ ਘਟ ਰਿਹਾ, ਲੀਕੇਜ ਤੋਂ ਜ਼ਿਆਦਾ ਜਾ ਰਿਹਾ, ਤੇ ਟੈਂਕੀ ਕਿੱਦਾਂ ਭਰੀ ਰਹਿ ਸਕਦੀ ਹੈ। ਬਿਲਕੁਲ ਤਾਂ ਸਹੀ ਗੱਲ। ਇਸ ਇਹਦੇ ਨਾਲ ਹੈ ਵੀ ਜੇ ਸਾਡੀ ਫੋਰਨ ਐਕਸਚੇਂਜ ਦੇ ਵਿੱਚ ਜਿਹੜੇ ਰਿਜ਼ਰਵਸ ਨੇ, ਉਹਨਾਂ ਦੇ ਵਿੱਚ ਫੋਰਨ ਐਕਸਚੇਂਜ ਜਿਹੜੀ ਹੈ, ਜੇ ਡਾਲਰ ਸਾਡੇ ਕੋਲ ਘੱਟ ਆ ਰਿਹਾ ਜਦਕਿ ਡਾਲਰ ਦਾ ਆਊਟਫਲੋ ਜ਼ਿਆਦਾ ਹੈ, ਤਾਂ ਰੁਪਈਆ ਟੁੱਟਦਾ। ਬਿਲਕੁਲ ਸਹੀ ਗੱਲ ਹੈ। ਇੱਕ ਸਿੰਪਲ ਗੱਲ ਹੈ, ਜਿਸ ਤਰ੍ਹਾਂ ਤੁਸੀਂ ਸਮਝਾ ਰਹੇ ਹੋ, ਕੋਈ ਰਾਕਟ ਸਾਇੰਸ ਨਹੀਂ ਹੈ। ਇੱਕ ਛੋਟਾ ਜਿਹਾ ਬੱਚਾ ਵੀ ਸਮਝ ਸਕਦਾ ਇਸ ਗੱਲ ਨੂੰ ਕਿ ਜੇ ਸਾਡੀ ਆਮਦਨ ਘੱਟ ਹੈ, ਖਰਚਾ ਜ਼ਿਆਦਾ ਹੈ, ਤਾਂ ਵਾਕਈ ਅਸੀਂ ਨੁਕਸਾਨ ਦੇ ਵਿੱਚ ਹਾਂ। ਤੇ ਫਿਰ ਅਸੀਂ ਆਪਣੇ ਖਰਚੇ ਪੂਰੇ ਕਰਨ ਵਾਸਤੇ ਅਸੀਂ ਇਨਕਮ ਵਧਾਉਂਦੇ ਹਾਂ, ਤੇ ਇਨਕਮ ਵਧਾਉਣ ਲਈ ਸਾਡੇ ਕੋਲ ਸੋਰਸਿਸ ਨਹੀਂ ਹੈਗੇ, ਤੇ ਫਿਰ ਅਸੀਂ ਕਰਜ਼ੇ ਲੈਣਾ ਸ਼ੁਰੂ ਕਰ ਦਿੰਦੇ ਹਾਂ। ਤੇ ਜਦੋਂ ਕਰਜ਼ੇ ਲੈਂਦੇ ਹਾਂ, ਤੇ ਵਰਲਡ ਬੈਂਕ ਵੱਲੋਂ, IMF ਵੱਲੋਂ, ਇੰਟਰਨੈਸ਼ਨਲ ਮੋਨਿਟਰੀ ਫੰਡ ਵੱਲੋਂ ਇਹ ਸਾਡੇ ਉੱਤੇ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਆਪਣੇ ਰੁਪਈਏ ਦੀ ਵੈਲਿਊ ਘੱਟ ਕਰੋ ਅਮਰੀਕਨ ਡਾਲਰਸ ਦੇ ਮੁਕਾਬਲੇ, ਤਾਂ ਉਸ ਸ਼ਰਤ ਦੇ ਉੱਤੇ ਅਸੀਂ ਤੁਹਾਨੂੰ ਦੇਵਾਂਗੇ ਕਰਜ਼ਾ। ਤੇ ਅਸੀਂ ਲਗਾਤਾਰ ਕਰਜ਼ੇ ਲੈ ਕੇ ਆਪਣੇ ਰੁਪਈਏ ਦੀ ਕੀਮਤ ਥੱਲੇ ਕੀਤੇ ਜਾ ਰਹੇ ਹਾਂ, ਔਰ ਕਰਦੇ ਅਸੀਂ ਇਸ ਹਾਲਤ ਤੱਕ ਪਹੁੰਚ ਗਏ ਹਾਂ ਕਿ ਅਸੀਂ ਇਸ ਮੁੱਦੇ ਦੇ ਉੱਤੇ ਡਿਸਕਸ ਕਰਦੇ ਪਏ ਹਾਂ। ਸੋ ਇਹ ਸਾਨੂੰ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਅਸੀਂ ਆਪਣੇ ਖਰਚੇ ਘਟਾ ਦਈਏ ਔਰ ਇਨਕਮ ਨੂੰ ਵਧਾਉਣ ਦੇ ਹੋਰ ਸੋਰਸਿਸ ਲੱਭੀਏ ਤਾਂ ਕਿ ਸਾਨੂੰ ਕਰਜ਼ੇ ਨਾ ਲੈਣੇ ਪੈਣ, ਕਿਉਂਕਿ ਅੱਗੇ ਹੀ ਕਰਜ਼ੇ ਬਹੁਤ ਜ਼ਿਆਦਾ ਨੇ ਤੇ ਬਹੁਤ ਜ਼ਿਆਦਾ ਸਾਨੂੰ ਵਿਆਜ ਵੀ ਦੇਣਾ ਪੈਂਦਾ ਹੈ। ਇਹਨੂੰ ਕੰਟਰੋਲ ਕਿਵੇਂ ਕਰਾਂਗੇ? ਇਹਨੂੰ ਸਮਝਦੇ ਕਿਉਂ ਨਹੀਂ ਅਸੀਂ ਡੀਪ ਦੇ ਵਿੱਚ ਜਾ ਕੇ? ਸਰ ਦੇਖੋ, ਆਪਾਂ ਨੂੰ ਪਹਿਲਾਂ ਤਾਂ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਆਪਾਂ ਇਹਨੂੰ ਸਮਝੀਏ ਕਿ ਆਖਿਰ ਹੋ ਕੀ ਰਿਹਾ, ਕਿਉਂ ਇਹ ਪ੍ਰੋਬਲਮ ਆ ਰਹੀ ਹੈ ਸਾਡੇ ਸਾਹਮਣੇ, ਕਿਉਂ ਲਗਾਤਾਰ ਮੈਂ ਜਿਹੜੀ ਗੱਲ ਕਹੀ ਹੈ ਵੀ ਇਨਫਲੋ, ਜਿੱਦਾਂ ਪਾਣੀ ਦਾ ਇਨਫਲੋ ਹੁੰਦਾ, ਜੇ ਪਾਣੀ ਦਾ ਇਨਫਲੋ ਘਟ ਜਾਏਗਾ, ਕਿਸੇ ਦਰਿਆ ਦੇ ਵਿੱਚ ਪਾਣੀ ਨਹੀਂ ਆਏਗਾ ਤੇ ਵਗ ਜ਼ਿਆਦਾ ਜਾਂਦਾ ਉਸ ਦਰਿਆ ਦੇ ਵਿੱਚੋਂ ਪਾਣੀ, ਤਾਂ ਦਰਿਆ ਖਾਲੀ ਹੋਣਾ ਲਾਜ਼ਮੀ ਗੱਲ ਹੈ ਜੀ ਉੱਥੇ। ਠੀਕ ਹੈ ਨਾ ਜੀ। ਇਸੇ ਤਰੀਕੇ ਦੇ ਨਾਲ ਫੋਰਨ ਐਕਸਚੇਂਜ ਰਿਜ਼ਰਵਸ ਹੈ, ਜਦੋਂ ਸਾਡੇ ਕੋਲ ਡਾਲਰ ਨਹੀਂ ਆਏਗਾ ਔਰ ਡਾਲਰ ਜਿਹੜਾ ਨਿਕਾਸੀ ਜ਼ਿਆਦਾ ਹੋ ਜਾਏਗੀ, ਪਰ ਡਾਲਰ ਜਿਹੜਾ ਹੈ ਬਾਹਰ ਜ਼ਿਆਦਾ ਜਾਏਗਾ, ਤਾਂ ਉਹਦੇ ਨਾਲ ਸਾਡਾ ਰੁਪਈਆ ਜਿਹੜਾ ਹੈ ਚੱਲਦਾ। ਹੁਣ ਇਹ ਪ੍ਰੋਬਲਮ ਕਿਉਂ ਆ ਰਹੀ ਹੈ, ਕਿੱਥੇ ਆ ਰਹੀ ਹੈ? ਦੋਨੋਂ ਪਾਸੇ ਦੀ ਪ੍ਰੋਬਲਮ ਹੈ। ਦੋ ਪਾਸੇ ਕਿੱਦਾਂ ਜੀ? ਇੱਕ ਪਾਸੇ ਤਾਂ ਸਾਡੇ ਖਰਚੇ ਜ਼ਿਆਦਾ ਹੋਏ ਹੈ, ਜਿਹਦੇ ਨਾਲ ਪੈਸਾ ਜਿਹੜਾ ਬਾਹਰ ਗਿਆ, ਡਾਲਰ ਜਿਹੜਾ ਬਾਹਰ ਗਿਆ। ਦੂਜੇ ਪਾਸੇ ਜਿਹੜਾ ਸਾਡੇ ਕੋਲ ਆਉਣ ਵਾਲਾ ਹੈ ਪੈਸਾ, ਡਾਲਰ, ਉਹ ਘਟਿਆ। ਹੁਣ ਆਪਾਂ ਇਹਨਾਂ ਦੋਨਾਂ ਦੇ ਬਾਰੇ ਜੇ ਤਫਸੀਲ ਦੇ ਨਾਲ ਗੱਲ ਕਰਦੇ ਹਾਂ ਵੀ ਪਹਿਲੀ ਚੀਜ਼ ਜਿਹੜੀ ਹੈ, ਜਿੱਦਾਂ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਨੇ ਉਹ ਵਧੇ, ਰਸ਼ੀਆ ਯੂਕਰੇਨ ਦੀ ਵਾਰ ਹੋਈ, ਉਹਦੇ ਕਰਕੇ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਨੇ ਉਹ ਵਧਣੇ ਸ਼ੁਰੂ ਹੋਏ ਹੈ। ਜੇ ਉਹ ਰੇਟ ਵਧ ਰਹੇ ਹੈ ਤਾਂ ਸਾਨੂੰ ਉਹਦੇ ਲਈ ਜ਼ਿਆਦਾ ਪੇਮੈਂਟ ਕਰਨੀ ਪੈਂਦੀ ਹੈ। ਇੱਕ ਪਾਸੇ ਸਾਨੂੰ ਪਹਿਲਾਂ ਜਿਹੜਾ $100 ਦਾ ਅਸੀਂ ਜਿਹੜਾ ਬਜਟ ਦੇ ਵਿੱਚ ਐਸਟੀਮੇਟ ਲਾ ਕੇ ਚੱਲੇ ਸਾਂ, ਅਸੀਂ ਸੋਚਿਆ ਸੀ ਵੀ 75 ਤੋਂ $80 ਪ੍ਰਤੀ ਬੈਰਲ ਰਹੇਗਾ ਤੇਲ ਦਾ ਰੇਟ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ। ਪਰ ਰੇਟ ਜਿਹੜੇ ਸੀ ਉਹ ਵੱਧ ਗਏ, $115 ਤੋਂ $120 ਤੱਕ ਪ੍ਰਤੀ ਬੈਰਲ ਚਲੇ ਗਏ। ਤਾਂ ਉਹਦੇ ਕਾਰਨ ਕੀ ਹੋਇਆ, ਸਾਨੂੰ ਇੱਕ ਬੈਰਲ, ਉਹਦੇ ਚ 159 ਲੀਟਰ ਹੁੰਦੇ ਆ ਕੱਚੇ ਤੇਲ ਦੇ, ਉਹ ਕਰੂਡ ਦੇ ਲਈ ਸਾਨੂੰ ਤਕਰੀਬਨ $40 ਤੋਂ $50 ਐਕਸਟਰਾ ਦੇਣੇ ਪੈ ਰਹੇ ਹੈ। ਤਾਂ ਉਹਦੇ ਕਰਕੇ ਸਾਡਾ ਆਊਟਫਲੋ ਵਧਿਆ, ਪੈਸਾ ਜਿਹੜਾ ਸਾਡੇ ਕੋਲੋਂ ਬਾਹਰ ਗਿਆ। ਦੂਜਾ ਅਸੀਂ ਇਹਦੇ ਚ ਦੇਖਦੇ ਹਾਂ ਵੀ ਰਸ਼ੀਆ ਯੂਕਰੇਨ ਦੀ ਜੰਗ ਦੇ ਕਾਰਨ ਜਿਹੜੇ ਐਡੀਬਲ ਆਇਲਸ ਨੇ, ਜਿਹੜੇ ਖਾਣੇ ਦੇ ਤੇਲ ਨੇ, ਉਹਨਾਂ ਤੇਲਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਅਸਰ ਪਿਆ। ਫਿਰ ਜਿਹੜਾ ਸਟੀਲ ਦੀ, ਕੋਲੇ ਦੀ, ਐਲੂਮੀਨੀਅਮ ਦੀ, ਇਹਨਾਂ ਚੀਜ਼ਾਂ ਦਾ ਵੀ ਅਸਰ ਇਹਦੇ ਉੱਤੇ ਰਿਹਾ, ਮਹਿੰਗਾਈ ਦੇ ਉੱਤੇ ਹੋਇਆ। ਤਾਂ ਸਾਨੂੰ ਇਹ ਸਾਰੇ ਕੇਸ ਦੇ ਵਿੱਚ ਡਾਲਰ ਜਿਹੜਾ ਹੈ ਜ਼ਿਆਦਾ ਛੱਡਣਾ ਪਿਆ ਬਾਹਰ। ਸਾਡੀ ਜਿਹੜੀ ਡਾਲਰ ਦੀ ਨਿਕਾਸੀ ਹੋਈ ਹੈ ਉਹ ਜ਼ਿਆਦਾ ਹੋਈ ਹੈ। ਉਸ ਦੇ ਨਾਲ ਇੱਕ ਹੋਰ ਜਿਹੜਾ ਫੈਕਟਰ ਇਹਦੇ ਵਿੱਚ ਪਲੇ ਕਰ ਰਿਹਾ ਉਹ ਹੈਗਾ ਚਾਈਨਾ ਦਾ ਫੈਕਟਰ। ਚਾਈਨਾ ਦੇ ਵਿੱਚ ਸਲੋ ਡਾਊਨ ਹੋ ਗਈ, ਲੋਕਡਾਊਨ ਹੋ ਗਈ ਹੈ।
ਲੋਕਡਾਊਨ ਦੇ ਕਾਰਨ ਚਾਈਨਾ ਦੇ ਸਾਡੇ ਕੋਲ ਵੀ ਪ੍ਰੋਬਲਮ ਆ ਰਹੀ ਹੈ, ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਪੋਰਟਸ ਤੋਂ ਇੰਪੋਰਟ ਹੁੰਦੀਆਂ ਸੀ ਉਹ ਨਹੀਂ ਆਈਆਂ, ਉਹਦੇ ਕਰਕੇ ਵੀ ਰੇਟ ਵੱਧ ਗਏ। ਸਾਨੂੰ ਜਿਹੜੀ ਚੀਜ਼ ਪਹਿਲਾਂ 100 ਦੀ ਮਿਲਦੀ ਸੀ ਜਾਂ $100 ਦੀ ਮਿਲਦੀ ਸੀ, ਉਹਦੇ ਸਾਨੂੰ $150 ਦੇਣੇ ਪੈ ਰਹੇ ਹੈ। ਤਾਂ ਇਹ ਤਾਂ ਹੈ ਵੀ ਜਿਹੜੇ ਜਿੱਥੇ ਸਾਡੀ ਨਿਕਾਸੀ ਹੋਈ ਹੈ। ਦੂਜੀ ਗੱਲ, ਜਿੱਥੋਂ ਡਾਲਰ ਆਉਂਦਾ ਸੀ, ਸਾਡੇ ਕੋਲ ਡਾਲਰ ਆਉਂਦਾ ਸੀ ਸਟਾਕ ਮਾਰਕੀਟ ਦੇ ਵਿੱਚੋਂ ਦੀ, ਉਹ ਬੰਦ ਹੋ ਗਿਆ। ਕਾਰਨ ਕਿਉਂ? ਸਟਾਕ ਮਾਰਕੀਟ ਦੇ ਵਿੱਚ ਜਾਂ ਸਾਡੇ ਕੋਲ ਜਿਹੜਾ ਡਾਲਰ ਲੋਕ ਪੈਸਾ ਲਾਉਂਦੇ ਸੀ, ਉਹਦੇ ਕੀ ਕਾਰਨ ਹੈ, ਕਿਉਂ ਘੱਟ ਹੋਇਆ? ਉਹਦਾ ਕਾਰਨ ਇਹ ਰਿਹਾ ਕਿ ਅਮਰੀਕਾ ਨੇ ਰੇਟ ਵਧਾਤੇ। ਜਦੋਂ ਅਮਰੀਕਾ ਨੇ ਵਿਆਜ ਦੀ ਦਰ ਵਧਾਤੀ ਉੱਥੇ, ਤਾਂ ਉਹਨਾਂ ਨੇ ਇਹ ਜਿਹੜੇ ਲੋਕ ਪੈਸਾ ਲਾਉਂਦੇ ਸੀ ਹਿੰਦੁਸਤਾਨ ਦੇ ਵਿੱਚ, ਉਹਨਾਂ ਨੇ ਇਹ ਸੋਚਿਆ ਵੀ ਅਸੀਂ ਅਮਰੀਕਾ ਦੇ ਵਿੱਚ ਹੀ ਰੱਖਾਂਗੇ, ਅਸੀਂ ਹਿੰਦੁਸਤਾਨ ਦੇ ਵਿੱਚ ਕਿਉਂ ਪੈਸਾ ਰੱਖੀਏ। ਦੂਜੀ ਗੱਲ ਜਿਹੜੀ ਹੈ, ਜਿਹੜੇ ਸਟਾਕ ਮਾਰਕੀਟ ਦੇ ਵਿੱਚ ਲੋਕ ਪੈਸਾ ਲਾਉਂਦੇ ਆ ਜਾਂ ਜਿਹੜੇ ਬਾਹਰੋਂ ਦੀ ਪੈਸਾ ਲਾਉਂਦੇ, ਬਹੁਤ ਉਹ ਹਿਸਾਬ ਦੇ ਨਾਲ ਪੈਸਾ ਲਾਉਂਦੇ ਆ। ਏਦਾਂ ਨਹੀਂ ਹੁੰਦਾ ਜੀ ਵੀ ਕਿਸੇ ਵੀ ਪਾਸੇ ਕਿੱਦਾਂ ਵੀ ਪੈਸਾ ਲਾ ਦੋ। ਉਹਨਾਂ ਨੂੰ ਇਹ ਨਜ਼ਰ ਆ ਗਿਆ ਸੀ ਵੀ ਹਿੰਦੁਸਤਾਨ ਦੇ ਫੰਡਾਮੈਂਟਲਸ ਜਿਹੜੇ ਨੇ, ਇਕਨੋਮਿਕ ਫੰਡਾਮੈਂਟਲਸ ਜਿਹੜੇ ਨੇ, ਉਹ ਵੀਕ ਨੇ। ਜਿਹਦੀ ਗੱਲ ਅੱਜ ਆਰਬੀਆਈ ਕਰ ਰਹੀ ਹੈ ਵੀ ਸਾਡੀ ਇਨਫਲੇਸ਼ਨ ਵਧੇਗੀ ਜਾਂ ਸਾਡੀ ਗਰੋਥ ਰੇਟ ਜਿਹੜੀ ਉਹ ਘਟ ਜਾਏਗੀ। ਅਸੀਂ ਲਗਾਤਾਰ ਆਪਣੀ ਗਰੋਥ ਰੇਟ ਦੇ ਜਿਹੜੇ ਅੰਕੜੇ ਉਹਨਾਂ ਨੂੰ ਰਿਵਾਈਜ਼ ਕਰ ਰਹੇ ਹਾਂ, ਪਿੱਛੇ ਨੂੰ ਲੈ ਕੇ ਆ ਰਹੇ ਹਾਂ। ਪਹਿਲਾਂ 8% ਤੋਂ ਸ਼ੁਰੂ ਹੋਏ ਸੀ, 7% ਤੱਕ ਅਸੀਂ ਪਹੁੰਚ ਗਏ ਹਾਂ। ਤਾਂ ਇਹ ਚੀਜ਼ ਜਿਹੜੀ ਹੈ ਉਹਨਾਂ ਨੇ ਪਹਿਲਾਂ ਦੇਖ ਲਈ ਸੀ, ਇਸ ਕਰਕੇ ਉਹਨਾਂ ਨੇ ਹਿੰਦੁਸਤਾਨ ਦੀ ਇਕਨੋਮੀ ਦੇ ਵਿੱਚੋਂ ਪੈਸਾ ਕੱਢਣਾ ਸ਼ੁਰੂ ਕਰਤਾ ਸੀ। ਉਹ ਪੈਸਾ ਸਾਡੇ ਕੋਲ ਨਹੀਂ ਆਇਆ। ਅਮਰੀਕਾ ਨੇ ਵਿਆਜ ਵਧਾਤਾ, ਉਹਦੇ ਨਾਲ ਹੋਰ ਸਮੱਸਿਆ ਆ ਗਈ। ਸੋ ਇਹ ਸਾਰੇ ਕਾਰਨ ਹੈ ਜਿਹਦੇ ਕਰਕੇ ਵੀ ਰੁਪਈਏ ਦੇ ਉੱਤੇ ਜਿਹੜਾ ਪ੍ਰੈਸ਼ਰ ਹੈ ਉਹ ਜ਼ਿਆਦਾ ਪਿਆ ਹੈ। ਦੇਖੋ ਰਾਜੀਵ ਜੀ, ਜੋ ਇਹ ਕੈਪੀਟਲ ਇਨਵੈਸਟਮੈਂਟ ਹੈ ਸ਼ੇਅਰ ਮਾਰਕੀਟ ਦੇ ਵਿੱਚ ਲੱਗਦੀ ਹੈ, ਇਸ ਨੂੰ ਅਸੀਂ FDI ਨਹੀਂ ਕਹਿ ਸਕਦੇ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ, ਕਿਉਂਕਿ ਕੈਪੀਟਲ ਇਨਵੈਸਟਮੈਂਟ ਜਿੱਥੇ ਵੀ ਉਹ ਦੇਖਣਗੇ ਮਾਰਕੀਟ ਸਟਰੋਂਗ ਹੈ, ਉਹ ਸ਼ਫਲ ਕਰ ਜਾਣਗੇ, ਸ਼ਿਫਟ ਕਰ ਜਾਣਗੇ ਆਪਣਾ ਪੈਸਾ। ਜਿਵੇਂ ਇਸ ਵਕਤ ਇੰਡੀਆ ਤੋਂ ਉਹਨਾਂ ਨੇ ਸ਼ਿਫਟ ਕਰ ਲਿਆ, ਅਸੀਂ ਫੇਰ ਖਾਲੀ ਹੋ ਗਏ, ਸਾਡੇ ਕੋਲ ਅਮਰੀਕਨ ਡਾਲਰ ਨਹੀਂ ਰਹਿ ਗਿਆ। ਜੇ ਅਸੀਂ FDI ਨੂੰ ਮੰਨ ਕੇ ਆਪਣਾ ਆਧਾਰ ਚੱਲੀਏ ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਫੋਰਨ ਰਿਜ਼ਰਵ ਵੱਧਦੇ ਪਏ ਨੇ, ਅਮਰੀਕਨ ਡਾਲਰ ਵੱਧਦਾ ਪਿਆ। ਸੋ ਇਹ ਤਾਂ ਹੋਈ ਸ਼ੇਅਰ ਮਾਰਕੀਟ ਦੀ ਗੱਲ। ਔਰ ਸਪੈਕੂਲੇਸ਼ਨ ਜਿਹੜੀ ਇਹ ਕਰਦੇ ਪਏ ਨੇ ਪੀਯੂਸ਼ ਗੋਇਲ ਜੀ, ਇਹ ਸ਼ੇਅਰ ਮਾਰਕੀਟ ਦੇ ਮੁਤਾਬਿਕ ਹੀ ਕਰਦੇ ਪਏ ਨੇ। ਜੋ ਐਕਚੁਅਲ ਪੋਜੀਸ਼ਨ ਹੈ ਇੰਡੀਅਨ ਇਕਨੋਮੀ ਦੀ ਔਰ ਇੰਡੀਆ ਦੀ ਜੋ ਸੋਸਾਇਟੀ ਹੈ, ਉਹਦੀ ਜੋ ਸੋਚ ਸ਼ਕਤੀ ਹੈ, ਜਿਸ ਤਰ੍ਹਾਂ ਉਹ ਪੈਸੇ ਦੇ ਨਾਲ ਖੇਡਦੀ ਹੈ ਸਾਰੀ ਸੋਸਾਇਟੀ, ਉਸ ਦੇ ਬਾਰੇ ਜ਼ਰਾ ਵੀ ਗੱਲ ਨਹੀਂ ਹੋ ਰਹੀ ਇਹਦੇ ਵਿੱਚ। ਕਿਸੇ ਵਕਤ ਡਾਕਟਰ ਰਾਮ ਮਨੋਹਰ ਲੋਹੀਆ, ਇੱਕ ਬਹੁਤ ਜਾਣਿਆ ਮਾਣਿਆ ਨਾਂ ਹੈ, ਇਕਨੋਮੀ ਨੂੰ ਬਹੁਤ ਡੀਪਲੀ ਸਮਝਦੇ ਸੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਮਸ਼ੀਨੀਕਰਨ ਵੱਲ ਤੇ ਜ਼ਰੂਰ ਵੱਧਦੇ ਪਏ ਹਾਂ, ਪਰ ਉੱਥੇ ਨੁਕਸਾਨ ਖਾਵਾਂਗੇ, ਕਿਉਂਕਿ ਮਸ਼ੀਨਾਂ ਨਾਲ ਜਿਹੜੀ ਪ੍ਰੋਡਕਟਸ ਬਣਦੀਆਂ ਨੇ, ਜਿਹੜੀ ਪ੍ਰੋਡਕਸ਼ਨ ਹੁੰਦੀ ਹੈ, ਉਹਦੇ ਵਿੱਚ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਉਹ ਬਹੁਤ ਅੱਗੇ ਨੇ। ਇੰਡੀਆ ਹਜੇ ਇੰਨੀ ਜਲਦੀ ਗਰੋ ਨਹੀਂ ਕਰ ਸਕਦਾ ਇੰਡਸਟਰੀਲਾਈਜੇਸ਼ਨ ਦੇ ਵਿੱਚ, ਇਸ ਕਰਕੇ ਸਾਨੂੰ ਕਾਟੇਜ ਇੰਡਸਟਰੀ ਦੇ ਉੱਤੇ, ਹੈਂਡੀਕ੍ਰਾਫਟ ਦੇ ਉੱਤੇ ਡਿਪੈਂਡ ਕਰਨਾ ਚਾਹੀਦਾ, ਕਿਉਂਕਿ ਇਹ ਚੀਜ਼ਾਂ ਇੱਕ ਕਲਾਕਾਰ ਬਣਾਉਣਗੇ, ਮਸ਼ੀਨਾਂ ਨਹੀਂ ਬਣਾਉਣਗੇ, ਕਲਾਕਾਰ ਦੇ ਹੱਥ ਬਣਾਉਣਗੇ। ਔਰ ਇਹ ਚੀਜ਼ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਨਹੀਂ ਬਣਾ ਸਕਦੀਆਂ, ਔਰ ਅਸੀਂ ਇਸ ਨੂੰ ਵੇਚ ਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਐਕਸਪੋਰਟ ਕਰਕੇ ਬਹੁਤ ਜ਼ਿਆਦਾ ਪੈਸਾ ਕਮਾ ਸਕਦੇ ਹਾਂ, ਫੋਰਨ ਰਿਜ਼ਰਵ ਕਮਾ ਸਕਦੇ ਹਾਂ, ਕਿਉਂਕਿ ਇੱਕ USP ਹੈ ਸਾਡਾ, ਯੂਨੀਕ ਸੈਲਿੰਗ ਪੁਆਇੰਟ ਆ ਕਿ ਇਹ ਹੈਂਡੀਕ੍ਰਾਫਟ, ਇਹ ਕਲਾਕਾਰ ਸਿਰਫ ਸਾਡੇ ਕੋਲ ਨੇ। ਲੇਕਿਨ ਉਸ ਵਕਤ ਧਿਆਨ ਨਹੀਂ ਦਿੱਤਾ ਗਿਆ, ਇੰਡਸਟਰੀਲਾਈਜੇਸ਼ਨ ਦਾ ਦੌਰ ਸੀ, ਉਸ ਨੂੰ ਅਸੀਂ ਫੋਲੋ ਕੀਤਾ ਔਰ ਅੱਜ ਅਸੀਂ ਉਸ ਦਾ ਨੁਕਸਾਨ ਉਠਾ ਰਹੇ ਹਾਂ। ਕਿਉਂ ਨਹੀਂ ਅਸੀਂ ਸੈਲਫ ਡਿਪੈਂਡੈਂਟ ਹੋ ਜਾਂਦੇ? ਹਾਂ, ਮੰਨਿਆ ਕਿ ਅੱਜ ਦੀ ਦੁਨੀਆ ਦੇ ਵਿੱਚ ਇੱਕ ਇਨਸਾਨ ਜਾਂ ਇੱਕ ਦੇਸ਼ ਸੈਲਫ ਡਿਪੈਂਡੈਂਟ ਇੰਨਾ ਨਹੀਂ ਹੋ ਸਕਦਾ ਕਿ ਬਾਹਰਲੀ ਸਾਰੀ ਦੁਨੀਆ ਤੋਂ ਕੱਟ ਆਫ ਹੋ ਜਾਏ, ਪਰ ਫਿਰ ਵੀ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ, ਜੇ ਉਹਦੇ ਵਿੱਚ ਅਸੀਂ ਸੈਲਫ ਡਿਪੈਂਡੈਂਟ ਹੋਈਏ ਤਾਂ ਸ਼ਾਇਦ ਸਾਨੂੰ ਬਾਹਰ ਦੇ ਉੱਤੇ ਔਰ ਬਾਹਰ ਦੀ ਕਰੰਸੀ ਦੇ ਉੱਤੇ, ਅਮਰੀਕਨ ਡਾਲਰ ਦੇ ਉੱਤੇ ਇੰਨਾ ਡਿਪੈਂਡ ਨਹੀਂ ਹੋਣਾ ਪਏਗਾ, ਸਾਡੀ ਇਕਨੋਮੀ ਇਦਾਂ ਨਹੀਂ ਚਰਮਰਾਏਗੀ। ਐਮ ਆਈ ਰਾਈਟ ਸਰ? ਪਾਰਸ਼ਲੀ ਰਾਈਟ। ਪਾਰਸ਼ਲੀ ਓਕੇ। ਖੰਨਾ ਸਾਹਿਬ, ਦੇਖੋ ਇੱਕ ਤਾਂ ਗੱਲ ਤੁਸੀਂ ਆਪਣੇ ਜਦੋਂ ਤੁਸੀਂ ਆਪਣੀ ਡਿਸਕਸ਼ਨ ਨੂੰ ਅੱਗੇ ਵਧਾ ਰਹੇ ਸੀ ਤਾਂ ਉਹਦੇ 'ਚ ਤੁਸੀਂ ਪੂਰੀ ਕੀਤੀ ਹੈ ਵੀ ਗਲੋਬਲਾਈਜੇਸ਼ਨ ਦੇ ਵਿੱਚ ਕਿਸੇ ਵੀ ਮੁਲਕ ਦਾ ਦੂਜੇ ਮੁਲਕ ਤੋਂ ਕੱਟ ਕੇ ਰਹਿਣਾ ਔਖੀ ਗੱਲ ਹੈ। ਐਗਰੀ। ਅਸੀਂ ਆਤਮ ਨਿਰਭਰ ਭਾਰਤ ਦੇ ਨਾਮ ਤੇ ਹਿੰਦੁਸਤਾਨ ਨੂੰ ਜਾਂ ਇੰਡਸਟਰੀਲਾਈਜੇਸ਼ਨ ਨੂੰ ਜਾਂ ਸਮਾਲ ਸਕੇਲ ਇੰਡਸਟਰੀਜ਼ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਸਮੱਸਿਆ ਕਿੱਥੇ ਆਈ? ਸਮੱਸਿਆ ਆਈ ਹੈ ਜਿਹੜਾ ਰॉ ਮਟੀਰੀਅਲ ਹੈ, ਕਿਉਂਕਿ ਇਹ ਇੰਡਸਟਰੀ ਜਿਹੜੀ ਚੱਲ ਰਹੀ ਹੈ, ਸਮਾਲ ਸਕੇਲ ਇੰਡਸਟਰੀ ਚੱਲ ਰਹੀ ਹੈ, ਇਹ ਸਾਰੀ ਜਾਂ ਮੀਡੀਅਮ ਸਕੇਲ ਇੰਡਸਟਰੀ ਹੈ, ਲਾਰਜ ਸਕੇਲ ਇੰਡਸਟਰੀ ਹੈ, ਇਹ ਸਾਰੀ ਦੀ ਸਾਰੀ ਪੈਸਾ ਰॉ ਮਟੀਰੀਅਲ ਕਿੱਥੋਂ ਲੈਂਦੀ ਹੈ? ਬਾਹਰੋਂ ਦੀ।
ਪ੍ਰੋਬਲਮ ਇਸ ਵੇਲੇ ਇਹ ਨਹੀਂ ਹੈ ਕਿ ਅਸੀਂ ਇੰਡਸਟਰੀਜ਼ ਨੂੰ ਪ੍ਰੋਟੈਕਟ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਪ੍ਰੋਬਲਮ ਇਹ ਹੈ ਕਿ ਰਾ ਮਟੀਰੀਅਲ ਜਿਹੜਾ ਇਹਨਾਂ ਨੂੰ ਮਿਲ ਰਿਹਾ ਉਹ ਮਹਿੰਗਾ ਮਿਲ ਰਿਹਾ, ਉਹਦੇ ਉੱਤੇ ਸਰਕਾਰ ਨੇ ਉਨੇ ਹੀ ਜ਼ਿਆਦਾ ਟੈਕਸਸ ਲਾਏ। ਦੇਰ ਆਰ ਇਨਹੈਰੈਂਟ ਪ੍ਰੋਬਲਮਸ। ਜਦੋਂ ਚੀਨ ਦੇ ਵਿੱਚ ਗਲਵਾਨ ਘਾਟੀ ਦੇ ਵਿੱਚ ਪ੍ਰੋਬਲਮ ਆਈ, ਅਸੀਂ ਚੀਨ ਦੇ ਉੱਤੇ ਟੈਕਸ ਲਾਤਾ। ਜਿਹੜੀਆਂ ਚੀਜ਼ਾਂ ਚੀਨ ਤੋਂ ਆਉਂਦੀਆਂ ਸੀ ਇੱਥੇ, ਉਹਨਾਂ ਦੀ ਜਿਹੜੀਆਂ ਐਪ ਸੀਗੀਆਂ ਉਹ ਬੰਦ ਕਰਤੀਆਂ। ਜੋ ਚੀਨ ਚੋਂ ਸਮਾਨ ਆਉਂਦਾ ਸੀ ਉਹਦੇ ਤੇ ਟੈਕਸ ਲਾਤੇ। ਉਹਦੇ ਨਾਲ ਹੋਇਆ ਕੀ? ਉਹ ਕਿਤੇ ਨਾ ਕਿਤੇ ਜਿਹੜੀ ਪਾਲਿਸੀ ਹੈ ਉਹ ਸਾਨੂੰ ਮਾਰ ਕਰ ਗਈ, ਉਹ ਗਲਤ ਪਾਲਿਸੀ ਆਈ। ਦੇਖੋ ਇਸ ਵੇਲੇ ਵੀ ਜਦੋਂ ਰੁਪਈਏ ਦੀ ਕੀਮਤ ਗਿਰੀ ਹੋਈ ਹੈ, ਇਸ ਵੇਲੇ ਸਾਡੇ ਕੋਲ ਐਕਸਪੋਰਟ ਦਾ ਇੱਕ ਬਹੁਤ ਹੀ ਅੱਛਾ ਮੌਕਾ ਹੈ। ਅਸੀਂ ਐਕਸਪੋਰਟ ਜ਼ਿਆਦਾ ਕਰ ਸਕਦੇ ਹਾਂ, ਲੇਕਿਨ ਐਕਸਪੋਰਟ ਕਰੀਏ ਕਿੱਥੇ? ਸਾਡੇ ਕੋਲ ਇੱਕ ਤਾਂ ਚੀਜ਼ਾਂ ਬੜੀਆਂ ਘੱਟ ਹੈ ਜਿਨ੍ਹਾਂ ਦਾ ਅਸੀਂ ਐਕਸਪੋਰਟ ਕਰਦੇ ਹਾਂ, ਜੈਮਸ, ਜੁਐਲਰੀ, ਪੈਟਰੋਲੀਅਮ, ਇਹ ਚੀਜ਼ਾਂ ਨੇ। ਜਦਕਿ ਜਿਹੜਾ ਸਾਡਾ ਇੰਪੋਰਟ ਹੈ ਉਹ ਜ਼ਿਆਦਾ ਹੈ। ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਇੰਪੋਰਟ ਦੇ ਉੱਤੇ, ਅਸੀਂ ਰਿਲਾਇੰਸ ਇੰਨੀ ਜ਼ਿਆਦਾ ਰੱਖੀ ਹੋਈ ਹੈ। ਅਸੀਂ ਆਪਣੀ ਇੰਪੋਰਟ ਰਿਲੇਟਡ ਚੀਜ਼ਾਂ ਜਿਹੜੀਆਂ ਸੀ, ਇੰਪੋਰਟ ਰਿਲੇਟਡ ਆਪਣੀ ਸੈਲਫ ਰਿਲਾਇੰਸ ਜਿਹੜੀ ਸੀ ਉਹ ਨਹੀਂ ਵਧਾ ਸਕੇ। ਹੁਣ ਲੇਟੈਸਟ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇੰਪੋਰਟਡ ਕੋਲ ਦੇ ਉੱਤੋਂ ਕਹਿੰਦੇ ਆ ਜੀ, ਸਰਕਾਰ ਨੇ ਕਿਹਾ ਵੀ ਬਾਹਰੋਂ ਦੀ ਕੋਲਾ ਖਰੀਦ ਲੈ। ਜਦੋਂ ਕੋਲ ਦੇ ਰੇਟ ਸਭ ਤੋਂ ਵੱਧ ਨੇ ਇਸ ਵੇਲੇ ਰਸ਼ੀਆ ਯੂਕਰੇਨ ਦੀ ਜੰਗ ਦੇ ਕਾਰਨ, ਇਸ ਵੇਲੇ ਜੇ ਜਨਰੇਸ਼ਨ ਕੰਪਨੀਆਂ ਉਹ ਕੋਲਾ ਬਾਹਰੋਂ ਖਰੀਦਣਗੀਆਂ, ਉਹਦਾ ਭੁਗਤਾਨ ਕੌਣ ਕਰੇਗਾ? ਉਹਦਾ ਭੁਗਤਾਨ ਕਰਾਂਗੇ ਅਸੀਂ, ਤੁਸੀਂ ਔਰ ਮੈਂ, ਕਿਉਂਕਿ ਉਹਦੀ ਰੇਟ ਇੰਨੇ ਵੱਧ ਜਾਣੇ ਆ। ਅਸੀਂ ਕੋਲ ਇੰਡੀਆ ਦਾ ਕੋਲਾ ਕਿਉਂ ਨਹੀਂ, ਅਸੀਂ ਕੋਲ ਇੰਡੀਆ ਨੂੰ 2017 ਤੋਂ ਬਾਅਦ ਉਹਨਾਂ ਨੂੰ ਖਾਨਾ ਨਹੀਂ ਦੇ ਸਕੇ। ਉਹਨਾਂ ਦੀਆਂ ਪੁਰਾਣੀਆਂ ਖਾਨਾਂ ਦੇ ਵਿੱਚੋਂ ਕੋਲੇ ਦੀ ਕੀਮਤ ਵੱਧ ਗਈ ਹੈ, ਨਵੀਆਂ ਖਾਨਾਂ ਉਹਨਾਂ ਨੂੰ ਅਲਾਟ ਹੀ ਨਹੀਂ ਹੋਈਆਂ। ਇੱਕ ਹੋਰ ਮੈਂ ਲਾਸਟ ਗੱਲ ਦੱਸਦਾ ਇਹਦੇ 'ਚ, 69 ਖਾਨਾਂ ਦੇ ਲਈ ਪੰਜਾਬ ਸਰਕਾਰ, ਹਿੰਦੁਸਤਾਨ ਦੀ ਸਰਕਾਰ ਨੇ 69 ਖਾਨਾਂ ਦੇ ਲਈ ਬੋਲੀ ਮੰਗੀ ਸੀ, ਟੈਂਡਰਸ ਮੰਗੇ ਸੀ ਇਹਨਾਂ ਦੇ। ਉਹਦੇ ਚੋਂ 69 ਚੋਂ 49 ਦੇ ਲਈ ਟੈਂਡਰ ਹੀ ਨਹੀਂ ਆਏ, ਪ੍ਰਾਈਵੇਟ ਵਾਲਾ ਵੀ ਨਹੀਂ ਆਇਆ ਖਾਨ ਖਰੀਦਣ ਦੇ ਲਈ। ਕਿਉਂ ਨਹੀਂ ਖਾਨਾ ਖਰੀਦਣ ਆਏ? ਮਾਈਨਸ ਕਿਉਂ ਨਹੀਂ ਵਿਕ ਸਕੀਆਂ? ਕਿਉਂਕਿ ਉਹ ਕਹਿੰਦੇ ਜਦੋਂ ਕੋਲ ਇੰਡੀਆ ਨੂੰ ਹੀ ਨਹੀਂ ਮਿਲਿਆ ਤਾਂ ਸਾਨੂੰ ਕਿੱਥੋਂ ਮਿਲ ਜਾਣਾ? ਸੋ देयर आर ਇਨਹੈਰੈਂਟ ਪ੍ਰੋਬਲਮਸ। ਸਾਨੂੰ ਆਪਣਾ ਘਰ ਠੀਕ ਕਰਨ ਦੀ ਲੋੜ ਹੈ। ਰਾ ਮਟੀਰੀਅਲ ਪਹਿਲਾਂ ਤਾਂ ਆਪਾਂ ਇਹ ਸੋਚੀਏ ਵੀ ਰਾ ਮਟੀਰੀਅਲ ਘਰੋਂ ਲੈਣਾ ਕਿ ਬਾਹਰੋਂ ਲੈਣਾ। ਜੇ ਘਰੋਂ ਲੈਣਾ ਤਾਂ ਉਸ ਹਿਸਾਬ ਨਾਲ ਪਾਲਿਸੀ ਬਣਾਈਏ, ਜੇ ਬਾਹਰੋਂ ਲੈਣਾ ਤਾਂ ਉਸ ਹਿਸਾਬ ਨਾਲ ਪਾਲਿਸੀ ਬਣਾਈਏ। ਵੀਟ ਐਕਸਪੋਰਟ ਪਹਿਲਾਂ ਬੰਦ ਕਰਤਾ ਕਿ ਵੀਟ ਦਾ ਐਕਸਪੋਰਟ ਪਹਿਲਾਂ ਖੋਲਤਾ, ਵੀਟ ਐਕਸਪੋਰਟ ਹੋਏਗੀ। ਜਦੋਂ ਕੰਟਰੈਕਟ ਹੋ ਕੇ ਸਾਰਿਆਂ ਦੇ, ਅਸੀਂ ਵੀਟ ਐਕਸਪੋਰਟ ਬੰਦ ਕਰਤਾ। ਤੁਸੀਂ ਦੇਖੋ ਨਾ ਵੀ ਸਾਡੀਆਂ ਪਾਲਿਸੀਜ਼ ਦੇ ਵਿੱਚ ਇਨਕਨਸਿਸਟੈਂਸੀ ਆ ਰਹੀ ਹੈ। ਇਹ ਇਨਕਨਸਿਸਟੈਂਸੀ ਜਾਂ ਇਹ ਅਨਸਰਟੇਨਟੀ ਜਿਹੜੀ ਹੈ ਸਾਨੂੰ ਮਾਰ ਰਹੀ ਹੈ। ਲੋਕ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਪੈਸਾ ਲਾ ਰਹੇ? ਉਹਦਾ ਕਾਰਨ ਇਹ ਹੈ ਕਿ ਸਾਡੀ ਪਾਲਿਸੀਜ਼ ਦੇ ਵਿੱਚ ਕੰਸਿਸਟੈਂਸੀ ਦੀ ਕਿਤੇ ਕਮੀ ਹੈ। ਤੁਸੀਂ ਸ਼ੂਗਰ ਨੂੰ ਬੰਦ ਕਰਤਾ, ਵੀ ਸ਼ੂਗਰ ਦਾ ਐਕਸਪੋਰਟ ਬੰਦ ਕਰਤਾ, ਵੀਟ ਦਾ ਬੰਦ ਕਰਤਾ। ਇਸ ਵੇਲੇ ਚੌਲ ਤੇ ਕਾਟਨ ਦੀ ਗੱਲ ਚੱਲ ਰਹੀ ਹੈ ਵੀ ਚੌਲ ਤੇ ਨਰਮਾ, ਇਹ ਦੋਨੋਂ ਜਿਹੜੇ ਇਹਨਾਂ ਦਾ ਐਕਸਪੋਰਟ ਜਿਹੜਾ ਬੰਦ ਕੀਤਾ ਜਾਏ। ਇਸ ਵੇਲੇ ਇਹ ਗੱਲ ਚੱਲ ਰਹੀ ਹੈ। ਤੁਸੀਂ ਦੇਖੋ ਜਿਨ੍ਹਾਂ ਨੇ ਪਹਿਲਾਂ ਐਕਸਪੋਰਟ ਕੀਤਾ, ਜਿਨ੍ਹਾਂ ਦੇ ਕੰਟਰੈਕਟ ਹੋਏ ਆ, ਉਹਨਾਂ ਬੰਦਿਆਂ ਦਾ ਕੀ ਬਣੇਗਾ? ਉਹਨਾਂ ਕੰਪਨੀਆਂ ਦਾ ਕੀ ਬਣੇਗਾ? ਐਕਸਪੋਰਟ ਕੋਈ ਇੱਕ ਦਿਨ 'ਚ ਨਹੀਂ ਹੁੰਦਾ, 6-6 ਮਹੀਨੇ ਪਹਿਲਾਂ ਗੱਲ ਹੋ ਜਾਂਦੀ ਹੈ। ਸਾਡੀ ਇਨਕਨਸਿਸਟੈਂਸੀ ਸਾਨੂੰ ਮਾਰ ਰਹੀ ਹੈ ਪਾਲਿਸੀਜ਼ ਦੀ। ਰਾਜੀਵ ਜੀ, ਇਹ ਸਵਾਲ ਮੈਂ ਪੁੱਛਣਾ ਚਾਹਾਂਗਾ ਪਰ ਇੱਕ ਥੋੜੀ ਜਿਹੀ ਬੈਕਗ੍ਰਾਉਂਡ ਦੇ ਕੇ ਕਿ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ ਸੀ, ਮੈਨਚੈਸਟਰ ਤੋਂ ਸਾਰਾ ਕੱਪੜਾ ਬਣ ਕੇ ਆਉਂਦਾ ਸੀ, ਉਦੋਂ ਮਹਾਤਮਾ ਗਾਂਧੀ ਨੇ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ ਕਿ ਬਹਿਸ਼ਕਾਰ ਕਰ ਦਿਓ ਵਿਦੇਸ਼ੀ ਕੱਪੜਿਆਂ ਦਾ, ਵਿਦੇਸ਼ੀ ਚੀਜ਼ਾਂ ਦਾ, ਤਾਂ ਕਿ ਸਾਡੀ ਇੰਡੀਆ ਦੀ ਇਕਨੋਮੀ ਸਟਰੋਂਗ ਹੋਵੇ। ਔਰ ਜਦੋਂ ਲੋਕਾਂ ਨੇ ਇਸ ਚੀਜ਼ ਨੂੰ ਫੋਲੋ ਕੀਤਾ ਤਾਂ ਹੱਥੜੇ ਪੈ ਗਏ ਸੀ ਈਸਟ ਇੰਡੀਆ ਕੰਪਨੀ ਨੂੰ। ਉਹਨੂੰ ਆਪਣੀ ਹੋਂਦ ਬਚੇਗੀ ਕਿ ਨਹੀਂ ਬਚੇਗੀ, ਇਹ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ। ਅਗਰ ਅਸੀਂ ਉਸੇ ਚੀਜ਼ ਨੂੰ ਫੋਲੋ ਕਰਦੇ ਹਾਂ, ਈਵਨ ਭਗਤ ਸਿੰਘ ਵੀ ਇਸੇ ਚੀਜ਼ ਦੇ ਹੀ ਕਾਇਲ ਨੇ ਕਿ ਸੋਸ਼ਲਿਜ਼ਮ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਜਾਂ ਅਸੀਂ ਆਪਣੇ ਘਰ ਨੂੰ ਵੇਖ ਕੇ ਚੱਲਦੇ ਹਾਂ, ਜਿਹਨੂੰ ਕਮਿਊਨਿਜ਼ਮ ਵੀ ਕਿਹਾ ਜਾਂਦਾ, ਪਰ ਕੁੱਲ ਮਿਲਾ ਕੇ ਇਹ ਗੱਲ ਇਹ ਹੈ ਕਿ ਤੁਸੀਂ ਸਰਫੇ ਦੇ ਨਾਲ ਕਿਵੇਂ ਚੱਲਦੇ ਹੋ। ਤੁਸੀਂ ਆਪਣੇ ਘਰ ਨੂੰ ਦੇਖਦੇ ਹੋਏ ਜਿੰਨੀ ਚਾਦਰ ਹੈ ਓਨੇ ਪੈਰ ਕਿਵੇਂ ਪਸਾਰਦੇ ਹੋ। ਸਿੰਪਲ ਗੱਲ ਇਹ ਹੈ। ਜੇ ਅਸੀਂ ਉਸ ਚੀਜ਼ ਨੂੰ ਫੋਲੋ ਕਰਕੇ ਹੁਣ ਤੱਕ ਚੱਲਦੇ ਤਾਂ ਆਪਣਾ ਰॉ ਮਟੀਰੀਅਲ ਆਪਣੇ ਹੀ ਦੇਸ਼ ਤੋਂ ਲੈਂਦੇ ਔਰ ਪਾਲਿਸੀਜ਼ ਇੱਦਾਂ ਦੀਆਂ ਬਣਾਉਂਦੇ ਜੋ ਪ੍ਰੋ ਇੰਡੀਆ ਹੁੰਦੀਆਂ, ਪ੍ਰੋ ਇੰਡੀਅਨ ਪੀਪਲ ਹੁੰਦੀਆਂ, ਤਾਂ ਉਹ ਜ਼ਿਆਦਾ ਵਧੀਆ ਨਾ ਹੁੰਦਾ। ਆਜ਼ਾਦੀ ਤੋਂ ਬਾਅਦ ਹੀ ਅਸੀਂ ਇਸ ਚੀਜ਼ ਦੀ ਨੀਂਵ ਰੱਖ ਦਿੰਦੇ। ਔਰ ਜਦੋਂ ਅਸੀਂ ਵਿਦੇਸ਼ੀ ਚੀਜ਼ਾਂ ਦਾ, ਈਸਟ ਇੰਡੀਆ ਕੰਪਨੀ ਦੀਆਂ ਚੀਜ਼ਾਂ ਦਾ ਬਹਿਸ਼ਕਾਰ ਕੀਤਾ ਹੈ, ਅਸੀਂ ਉਦੋਂ ਤੋਂ ਹੀ ਇਹ ਚੀਜ਼ਾਂ ਲੈ ਕੇ ਚੱਲ ਪੈਂਦੇ। ਔਰ ਇਹ ਸੋਚ ਸਿਰਫ ਇਹ ਸੋਸ਼ਲਿਜ਼ਮ ਜਾਂ ਕਮਿਊਨਿਜ਼ਮ ਨਹੀਂ ਹੈ, ਇਹ ਸਾਡੇ ਜਿਹੜੇ ਧਾਰਮਿਕ ਪਵਿੱਤਰ ਗ੍ਰੰਥ ਨੇ ਜਿਨ੍ਹਾਂ ਨੂੰ ਅਸੀਂ ਫੋਲੋ ਕਰਦੇ ਹਾਂ, ਉਹਦੇ ਵਿੱਚ ਵੀ ਇਹੀ ਗੱਲਾਂ ਲਿਖੀਆਂ ਹੋਈਆਂ ਨੇ, ਚਾਹੇ ਉਹ ਕਿਸੇ ਵੀ ਧਰਮ ਦੇ ਗ੍ਰੰਥ ਹੋਣ। ਉਹਦੇ ਵਿੱਚ ਵੀ ਜਦੋਂ ਇਕਨੋਮੀ ਦੀ ਗੱਲ ਹੁੰਦੀ ਹੈ ਤਾਂ ਇਹੀ ਗੱਲ ਹੁੰਦੀ ਹੈ ਕਿ ਉਹਨੇ ਹੀ ਪੈਰ ਪਸਾਰੋ ਜਿੰਨੀ ਵੱਡੀ ਤੁਹਾਡੀ ਚਾਦਰ ਹੈ। ਆਪਣੇ ਖਰਚੇ ਘੱਟ ਤੋਂ ਘੱਟ ਰੱਖੋ ਔਰ ਇਨਕਮ ਦੇ ਸੋਰਸਿਸ ਵਧਾਉਣ ਦੀ ਕੋਸ਼ਿਸ਼ ਕਰੋ। ਐਮ ਆਈ ਰਾਈਟ ਸਰ?
ਬਿਲਕੁਲ ਠੀਕ ਹੈ ਜੀ। ਤੁਸੀਂ ਦੇਖੋ ਵੀ ਸਾਡੀਆਂ ਪਾਲਿਸੀਜ਼ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਇਸ ਵੇਲੇ ਇਨਕਨਸਿਸਟੈਂਸੀ ਕਿੱਦਾਂ ਹੈ। ਜਿਹੜੀ ਨਹਿਰੂ ਦੇ ਤੁਸੀਂ ਟਾਈਮ ਦੀ ਗੱਲ ਕੀਤੀ ਹੈ ਜੀ, ਪੰਡਿਤ ਨਹਿਰੂ ਜੀ ਦੇ ਟਾਈਮ ਦੇ ਵਿੱਚ ਉਹਨਾਂ ਨੇ ਇੰਪੋਰਟ ਸਬਸਟੀਟਿਊਸ਼ਨ ਉਹਨਾਂ ਦੀ ਪਾਲਿਸੀ ਦੇ ਉੱਤੇ ਕੰਮ ਕਰ ਰਹੇ ਸੀ ਵੀ ਇੰਪੋਰਟ ਜੋ ਅਸੀਂ ਚੀਜ਼ ਇੰਪੋਰਟ ਕਰਦੇ ਹਾਂ ਉਹਨੂੰ ਸਬਸਟੀਟਿਊਟ ਕਰਕੇ ਘਰੇ ਬਣਾਵਾਂਗੇ। ਅੱਜ ਦੀ ਡੇਟ ਦੇ ਵਿੱਚ ਚੀਨ ਇਹ ਕੰਮ ਕਰ ਰਿਹਾ। ਚਾਈਨਾ ਦੇ ਵਿੱਚ ਜਦੋਂ ਵੀ ਕੋਈ ਕੰਪਨੀ ਜਾਂਦੀ ਹੈ ਚਾਈਨਾ ਉਹਨਾਂ ਦਾ ਉਹਨਾਂ ਨੂੰ ਕਹਿੰਦੀ ਹੈ ਵੀ ਨੋ ਪੇਟੈਂਟਸ, ਕੋਈ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਨਹੀਂ। ਜੇ ਤੁਸੀਂ ਚਾਈਨਾ ਦੀ ਮਾਰਕੀਟ ਦੇ ਵਿੱਚ ਆਣਾ ਹੈ, ਟ੍ਰੇਡ ਕਰਨਾ ਤਾਂ ਤੁਹਾਨੂੰ ਚਾਈਨਾ ਸਰਕਾਰ ਦੀ ਗੱਲ ਮੰਨਣੀ ਪਏਗੀ ਔਰ ਸਾਨੂੰ ਉਹ ਟੈਕਨੋਲੋਜੀ ਤਬਦੀਲ ਕਰਨੀ ਪਏਗੀ। ਸਾਨੂੰ ਉਹ ਟੈਕਨੋਲੋਜੀ ਜਿਹੜੀ ਹੈ ਦੇਣੀ ਪਏਗੀ ਤੁਹਾਨੂੰ। ਉਸ ਟੈਕਨੋਲੋਜੀ ਨੂੰ ਫਿਰ ਉਹ ਆਪਣੇ ਨਿੱਜੀ ਹਿੱਤਾਂ ਦੇ ਵਿੱਚ ਉਹਨੂੰ ਤਬਦੀਲ ਕਰਕੇ ਸਸਤੀਆਂ ਚੀਜ਼ਾਂ ਬਣਾਉਂਦੇ ਆ ਚਾਈਨਾ ਵਾਲੇ। ਅਸੀਂ ਉਸ ਚੀਜ਼ ਦੇ ਅਸੀਂ ਐਡੀ ਵੱਡੀ ਚਾਈਨਾ ਦੇ ਬਰਾਬਰ ਦੀ ਪੋਪੂਲੇਸ਼ਨ, ਐਡੀ ਵੱਡੀ ਹਿੰਦੁਸਤਾਨ ਮਾਰਕੀਟ ਦੇ ਰਿਹਾ ਮਲਟੀਨੈਸ਼ਨਲ ਕੰਪਨੀਆਂ ਨੂੰ, ਲੇਕਿਨ ਅਸੀਂ ਕਦੇ ਇਸ ਵੱਲ ਨਹੀਂ ਸੋਚਿਆ ਵੀ ਅਸੀਂ ਬਾਹਰਲੀਆਂ ਚੀਜ਼ਾਂ ਜਿਹੜੀ ਟੈਕਨੋਲੋਜੀ ਆ ਰਹੀ ਹੈ ਉਸ ਟੈਕਨੋਲੋਜੀ ਦਾ ਜਿਹੜਾ ਟ੍ਰਾਂਸਫਰ ਅਸੀਂ ਆਪਣੇ ਆਪਣੇ ਹਿੱਤਾਂ ਦੇ ਲਈ ਉਹਨੂੰ ਕਰਵਾਈਏ। ਅਸੀਂ ਨਹੀਂ ਕਰ ਸਕੇ। ਇੱਥੇ ਪ੍ਰੋਬਲਮ ਆ ਰਹੀ ਹੈ, ਹੋਣੀ ਚਾਹੀਦੀ। ਜਦੋਂ ਅਸੀਂ ਪੈਟਰੋਲ ਦੀ ਗੱਲ ਕਰਦੇ ਹਾਂ, ਪੈਟਰੋਲੀਅਮ ਪ੍ਰੋਡਕਟਸ ਦੀ ਗੱਲ ਕਰਦੇ ਹਾਂ, ਤੇ ਕਿਤੇ ਮੈਂ ਇਹ ਸਟੱਡੀ ਕੀਤਾ ਸੀ ਕਿ ਇੰਡੀਆ ਦੇ ਵਿੱਚ ਸਫੀਸ਼ੀਐਂਟ ਸੋਰਸਿਸ ਨੇ ਕਿ ਅਸੀਂ ਆਪਣੀ ਲੋੜ ਦੇ ਮੁਤਾਬਿਕ ਪੈਟਰੋਲੀਅਮ ਇੰਡੀਆ ਦੇ ਵਿੱਚੋਂ ਹੀ ਹਾਸਿਲ ਕਰ ਸਕਦੇ ਹਾਂ। ਪਰ ਕਈ ਐਸੇ ਕੰਟਰੈਕਟਸ ਹੋਏ ਨੇ ਵਿਦੇਸ਼ੀ ਕੰਪਨੀਆਂ ਦੇ ਨਾਲ, ਵਿਦੇਸ਼ੀਆਂ ਦੇ ਨਾਲ, ਦੂਸਰੇ ਦੇਸ਼ਾਂ ਦੇ ਨਾਲ ਐਸੇ ਕੰਟਰੈਕਟਸ ਕੀਤੇ ਨੇ ਭਾਰਤ ਸਰਕਾਰ ਨੇ ਕਿ ਅਸੀਂ ਆਪਣੇ ਮੁਲਕ ਦੇ ਵਿੱਚ ਪੈਟਰੋਲ ਦੀ ਤਲਾਸ਼ ਨਹੀਂ ਕਰਾਂਗੇ ਜਾਂ ਜਿੱਥੇ ਜਿੱਥੇ ਪੈਟਰੋਲ ਮੌਜੂਦ ਹੈ ਉੱਥੇ ਅਸੀਂ ਖੁਦਾਈ ਕਰਕੇ ਉਸ ਪੈਟਰੋਲ ਨੂੰ ਨਹੀਂ ਕੱਢਾਂਗੇ, ਅਸੀਂ ਤੁਹਾਡੇ ਕੋਲੋਂ ਖਰੀਦਾਂਗੇ। ਇਜ਼ ਇਟ ਰਾਈਟ ਸਰ? ਕਰੈਕਟ ਸਰ। ਇਹਦੀਆਂ ਠੀਕ ਹੈ ਜੀ, ਇਹਨਾਂ ਦੇ ਆਪਣੇ ਗਵਰਨਮੈਂਟ ਦੀਆਂ ਕੰਪਲਸ਼ਨਸ ਹੁੰਦੀਆਂ ਨੇ, ਲੇਕਿਨ ਇਹ ਗੱਲ ਬਿਲਕੁਲ ਸੱਚ ਹੈ ਵੀ ਪਹਿਲਾਂ ਅਸੀਂ ਜਦੋਂ ਅਸੀਂ 7-8 ਸਾਲ 10 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਸਾਡਾ ਜਿਹੜਾ ਟੋਟਲ ਪੈਟਰੋਲ ਦੇ ਵਿੱਚ ਆਪਣਾ ਪੈਟਰੋਲ ਜਿਹੜਾ ਅਸੀਂ ਪ੍ਰੋਡਿਊਸ ਕਰਦੇ ਸੀ ਹਿੰਦੁਸਤਾਨ ਦੇ ਵਿੱਚੋਂ ਟੋਟਲ ਕਰੂਡ ਦੇ ਵਿੱਚ ਉਹਦਾ ਸ਼ੇਅਰ 23% ਸੀ, ਜਿਹੜਾ ਹੁਣ ਘਟ ਕੇ 15% ਰਹਿ ਗਿਆ। ਇਹਦਾ ਮਤਲਬ ਹੈ ਵੀ 8% ਦੇ ਨਾਲ ਸਾਡੀ ਰਿਲਾਇੰਸ ਜਿਹੜੀ ਹੈ, ਸਾਡੀ ਡਿਪੈਂਡੈਂਸ ਜਿਹੜੀ ਹੈ ਤੇਲ ਦੇ ਉੱਤੇ ਹੋਰ ਵੱਧ ਗਈ ਹੈ ਇੰਪੋਰਟਸ ਦੇ ਉੱਤੇ। ਉਹ ਕਿਉਂ? ਕਿਉਂਕਿ ਅਸੀਂ ਆਪਣੇ ਵੱਲ ਜੋ ਹੋਣਾ ਚਾਹੀਦਾ ਸੀ ਪੈਟਰੋਲ ਦੀ ਜਾਂ ਕਰੂਡ ਦੀ ਜੋ ਐਕਸਪਲੋਰੇਸ਼ਨ ਹੋਣੀ ਚਾਹੀਦੀ ਸੀ ਉਹਦੇ ਤੇ ਅਸੀਂ ਕਾਮਯਾਬ ਨਹੀਂ ਹੋ ਸਕੇ। ਮਤਲਬ ਇਹ ਹੈ ਕਿ ਸਾਡੇ ਘਰ ਦੇ ਵਿੱਚ ਚੀਜ਼ ਮੌਜੂਦ ਹੈ ਪਰ ਅਸੀਂ ਉਹ ਚੀਜ਼ ਇਸਤੇਮਾਲ ਨਹੀਂ ਕੱਢਣੀ, ਅਸੀਂ ਧਰਤੀ ਦੇ ਵਿੱਚੋਂ ਉਹ ਚੀਜ਼ ਨਹੀਂ ਕੱਢਣੀ, ਇਸਤੇਮਾਲ ਨਹੀਂ ਕਰਨੀ, ਕਿਉਂਕਿ ਅਸੀਂ ਵਿਦੇਸ਼ੀ ਕੰਪਨੀਆਂ ਦੇ ਨਾਲ, ਦੂਸਰੇ ਦੇਸ਼ਾਂ ਦੇ ਨਾਲ ਇਹ ਸਮਝੌਤੇ ਕੀਤੇ ਹੋਏ ਨੇ ਕਿ ਅਸੀਂ ਆਪਣੇ ਲੋਕਾਂ ਨੂੰ ਗਰੀਬ ਰੱਖਣਾ ਹੈ ਔਰ ਪੂਰੇ ਦਾ ਪੂਰਾ ਜਿਹੜਾ ਲੋਡ ਹੈ, ਵੇਟ ਹੈ, ਉਹ ਪੈਟਰੋਲ ਦਾ ਪਾ ਕੇ ਰੱਖਣਾ ਹੈ ਆਪਣੀ ਜਨਤਾ ਦੇ ਉੱਤੇ। ਇਹ ਕਿਸ ਤਰ੍ਹਾਂ ਦੀਆਂ ਪਾਲਿਸੀਜ਼ ਨੇ, ਇਹ ਕਿਸ ਤਰ੍ਹਾਂ ਦੀ ਸੋਚ ਹੈ? ਜੇ ਇਹਨੂੰ ਆਪਾਂ ਸਿੱਧੀ ਸਾਦੀ ਭਾਸ਼ਾ 'ਚ ਕਹੀਏ ਰਾਜੀਵ ਜੀ, ਜੇ ਨੀਅਤ ਹੀ ਖੋਟੀ ਹੈ ਤੇ ਫਿਰ ਨੀਤੀ ਵੀ ਖੋਟੀ ਹੋ ਬਣਨੀ ਹੈ। ਕੀ ਖਿਆਲ ਹੈ ਤੁਹਾਡਾ? ਬਿਲਕੁਲ ਠੀਕ ਹੈ ਜੀ। ਸਾਡੀਆਂ ਜਿਹੜੀਆਂ ਨੀਤੀਆਂ ਨੇ ਜੋ ਮੈਂ ਤਾਂ ਦੱਸਿਆ ਵੀ ਜਿਹੜਾ ਇੱਕ ਅਨਸਰਟੇਨਟੀ ਪੈਦਾ ਹੋਈ ਹੈ ਸਾਡੀਆਂ ਨੀਤੀਆਂ ਦੇ ਵਿੱਚ, ਜਿਹਦੇ ਬਾਰੇ ਸਾਨੂੰ ਆਪ ਨੂੰ ਹੀ ਨਹੀਂ ਪਤਾ, ਸਾਡੀਆਂ ਸਰਕਾਰਾਂ ਨੂੰ ਨਹੀਂ ਪਤਾ ਹੈਗਾ ਵੀ ਉਹ ਕੀ ਕਰ ਰਹੀਆਂ ਨੇ। ਆਪਾਂ ਜਿਹੜੀ ਪਿਊਸ਼ ਗੋਇਲ ਸਾਹਿਬ ਦੀ ਗੱਲ ਕੀਤੀ, ਉਹ ਹਾਫ ਬੇਕਡ ਟਰੂਥ ਦੱਸਦੇ ਨੇ। ਅੱਧੀਆਂ ਚੀਜ਼ਾਂ ਜੋ ਉਹਨਾਂ ਨੂੰ ਸੂਟ ਕਰਦੀਆਂ ਉਹ ਕੰਮ ਕਰਦੇ ਨੇ, ਜੋ ਰੀਅਲਿਸਟਿਕ ਚੀਜ਼ਾਂ ਨੇ ਉਹ ਨਹੀਂ ਦੱਸਦੇ। ਆਪਟਿਮਿਸਟਿਕ ਤਾਂ ਦੱਸਦੇ ਨੇ ਵੀ ਇਹ ਹੋ ਜਾਏਗਾ, ਇਦਾਂ ਕਰ ਲਾਂਗੇ, ਇੱਥੋਂ ਚਲੇ ਜਾਾਂਗੇ। ਜੋ ਰੀਅਲਿਸਟਿਕ ਹੈ ਉਹ ਕਿਤੇ ਨਾ ਕਿਤੇ ਲੁਕੋ ਜਾਂਦੀ ਹੈ ਸਰਕਾਰ। तो फिर ਅਸੀਂ ਇਹ ਗੱਲ ਕਹਿ ਸਕਦੇ ਹਾਂ ਰਾਜੀਵ ਜੀ ਕਿ ਸਾਡੀਆਂ ਗਵਰਨਮੈਂਟਸ ਐਸੀਆਂ ਪਾਲਿਸੀਆਂ ਬਣਾ ਰਹੀਆਂ ਨੇ ਕਿ ਖੁਦ ਆਪਣੇ ਦੇਸ਼ ਨੂੰ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਗਰੀਬ ਕਿਵੇਂ ਰੱਖਣਾ ਹੈ? ਨਹੀਂ, ਇਦਾਂ ਤਾਂ ਨਹੀਂ ਮੈਂ ਕਹੂੰਗਾ ਜੀ ਵੀ ਗਰੀਬ ਕਿੱਦਾਂ ਰੱਖਣਾ, ਲੇਕਿਨ ਸਰਕਾਰ ਦੀਆਂ ਪਾਲਿਸੀਜ਼ ਦੇ ਵਿੱਚੋਂ ਨਿਕਲ ਕੇ ਇਹ ਆ ਰਿਹਾ ਕਿ ਲੋਕ ਗਰੀਬ ਹੋ ਰਹੇ ਨੇ। ਸਰਕਾਰ ਦੀ ਮਨਸ਼ਾ ਹੋ ਸਕਦਾ ਨਾ ਹੋਵੇ, ਇਹ ਚੀਜ਼ ਨਹੀਂ ਆਪਾਂ ਕਹਿ ਸਕਦੇ ਖੰਨਾ ਸਾਹਿਬ ਵੀ ਸਰਕਾਰ ਦੀ ਮਨਸ਼ਾ ਹੀ ਇਦਾਂ ਦੀ ਹੈ। ਆਖਿਰ ਸਰਕਾਰ ਨੇ ਵੀ ਵੋਟ ਬੈਂਕ ਜਿਹੜਾ ਹੈ ਸਰਕਾਰ ਦਾ ਉਹ ਬਹੁਤ ਵੱਡਾ ਲੋਕ ਨੇ ਡੈਮੋਕ੍ਰੇਸੀ ਦੇ ਵਿੱਚ। ਇਹ ਸਰਕਾਰਾਂ ਨੂੰ ਕੱਢ ਦੇਣਗੇ ਲੋਕ, ਪਰ ਜਿਹੜੀਆਂ ਸਰਕਾਰ ਦੀਆਂ ਪਾਲਿਸੀਜ਼ ਨੇ ਉਹਨਾਂ ਤੋਂ ਇਦਾਂ ਰਿਫਲੈਕਟ ਹੋ ਰਿਹਾ ਵੀ ਇਹ ਗਲਤ ਹੋ ਰਿਹਾ। ਦੇਖੋ ਆਪਣੇ ਸਾਹਮਣੇ ਪਾਕਿਸਤਾਨ ਦੀ ਐਗਜ਼ਾਮਪਲ ਪਈ ਹੈ ਔਰ ਸ਼੍ਰੀਲੰਕਾ ਦੀ ਐਗਜ਼ਾਮਪਲ ਪਈ ਹੈ। ਦੋਨੋਂ ਮੁਲਕ ਡੁੱਬੇ ਨੇ ਔਰ ਕਰਜ਼ੇ ਦੇ ਕਾਰਨ ਡੁੱਬੇ ਨੇ। ਕਿਉਂ ਕਰਜ਼ੇ ਹੋਏ? ਜੇ ਅਸੀਂ ਉਹਨਾਂ ਦੀ ਥੋੜਾ ਜਿਹਾ ਤਫਸੀਲ ਦੇ ਵਿੱਚ ਜਾਣਦੇ ਹਾਂ, ਉਹਨਾਂ ਦੇ ਰੁਪਈਏ ਜਿਹੜੇ ਨੇ ਉਹ ਘਟੇ, ਉਹਨਾਂ ਦੇ ਰੁਪਈਏ ਦੀ ਵੈਲਿਊ ਘਟੀ। ਜਦੋਂ ਰੁਪਈਏ ਦੀ ਵੈਲਿਊ ਘਟ ਗਈ ਉੱਥੇ ਇੰਪੋਰਟਸ ਜਿਹੜੇ ਨੇ ਹੋਰ ਜ਼ਿਆਦਾ ਮਹਿੰਗੇ ਹੋਣੇ ਸ਼ੁਰੂ ਹੋ ਗਏ। ਉਹਨਾਂ ਦੇ ਕੋਲ ਜਿਹੜਾ ਬਾਹਰੋਂ ਦੀ ਜੋ ਬਰਾਮਦਾਂ ਸੀਗੀਆਂ ਉਹ ਜ਼ਿਆਦਾ ਕਰਨ ਲੱਗ ਗਏ।
ਜਦੋਂ ਬਾਹਰੋਂ ਬਰਾਮਦਾਂ ਜ਼ਿਆਦਾ ਹੋ ਗਈਆਂ, ਜਿਹੜਾ ਫੋਰਨ ਐਕਸਚੇਂਜ ਸੀ ਘਟ ਗਈ, ਰੁਪਈਏ ਦੇ ਉੱਤੇ ਜ਼ੋਰ ਪੈ ਗਿਆ। ਜਿੱਦਾਂ ਅਸੀਂ ਪਾਕਿਸਤਾਨ ਦੇ ਵਿੱਚ ਦੇਖ ਰਹੇ ਹਾਂ, ਇਸ ਵੇਲੇ ਪਾਕਿਸਤਾਨ ਦਾ ਰੁਪਈਆ 200 ਪ੍ਰਤੀ ਡਾਲਰ, 200 ਰੁਪਏ ਪ੍ਰਤੀ ਡਾਲਰ ਤੇ ਹੈ। ਔਰ ਸੇਮ ਚੀਜ਼ ਹੋਈ ਸੀ ਸ਼੍ਰੀਲੰਕਾ ਦੇ ਨਾਲ ਵੀ। ਇਹਦੇ ਨਾਲ ਹੁੰਦਾ ਕਰਜ਼ੇ ਲੈਣ ਜਾਂਦੀਆਂ ਸਰਕਾਰਾਂ, ਜਿਹੜੇ ਕਰਜ਼ੇ ਮਿਲਦੇ ਨੇ ਆਈਐਮਐਫ ਚੋਂ ਜਾਂ ਵਰਲਡ ਬੈਂਕ ਚੋਂ। ਆਈਐਮਐਫ ਤੇ ਵਰਲਡ ਬੈਂਕ ਨੂੰ ਭਰਨ ਵਾਲੇ ਹੈਗੇ ਨੇ ਕੈਪੀਟਲਿਸਟ ਮੁਲਕ, ਵੱਡੇ ਮੁਲਕ ਜਿਹੜੇ ਜਿੱਦਾਂ ਅਮਰੀਕਾ, ਯੂਰਪ। ਇਹ ਲੋਕ ਨੇ, ਇਹ ਮੁਲਕ ਨੇ ਜਿਹੜੇ ਆਈਐਮਐਫ ਨੂੰ ਪੈਸਾ ਦਿੰਦੇ ਆ। ਜਦੋਂ ਇਹ ਆਈਐਮਐਫ ਸਾਨੂੰ, ਪਾਕਿਸਤਾਨ ਨੂੰ ਜਾਂ ਸ਼੍ਰੀਲੰਕਾ ਨੂੰ ਜਾਂ ਕਿਸੇ ਵੀ ਏਸ਼ੀਅਨ ਕੰਟਰੀ ਨੂੰ ਬੇਲ ਆਊਟ ਕਰੇਗਾ, ਉਸ ਵੇਲੇ ਉਹ ਕੰਡੀਸ਼ਨਸ ਲਾ ਦਿੰਦਾ, ਉਸ ਵੇਲੇ ਉਹ ਰਾਈਡਰਸ ਲਾ ਦਿੰਦਾ। ਲੋਕਾਂ ਦੇ ਪ੍ਰਤੀ ਆਪਣੀਆਂ ਨੀਤੀਆਂ ਇਦਾਂ ਦੀਆਂ ਰੱਖੋਗੇ ਕਿ ਜਿਹੜੇ ਲੋਕ ਹਿੱਤ ਦੇ ਵਿੱਚ ਨਹੀਂ ਹੋਣਗੀਆਂ। ਜਿੱਦਾਂ ਪਾਕਿਸਤਾਨ ਦੇ ਲਈ ਦੋਹਾ ਦੇ ਵਿੱਚ ਹੁਣੇ ਪਾਕਿਸਤਾਨ ਦੇ ਜਿਹੜੇ ਨਵੇਂ ਚੁਣੇ ਗਏ ਨੇ ਪ੍ਰਧਾਨ ਮੰਤਰੀ, ਉਹਨਾਂ ਦੀ ਤੇ ਦੋਹਾ ਦੇ ਵਿੱਚ ਆਈਐਮਐਫ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਕਾਨਫਰੰਸ ਹੋ ਰਹੀ ਸੀ। ਉਹਦੇ ਚ ਗੱਲਬਾਤ ਹੋ ਰਹੀ ਸੀ, ਗੱਲ ਨਹੀਂ ਬਣੀ। ਆਈਐਮਐਫ ਦਾ ਉਹਦੇ ਚ ਕਹਿਣਾ ਸੀ ਵੀ ਪਾਕਿਸਤਾਨ ਜਿਹੜਾ ਹੈ ਪੈਟਰੋਲ ਦੇ ਉੱਤੇ ਜਾਂ ਡੀਜ਼ਲ ਦੇ ਉੱਤੇ ਸਬਸਿਡੀ ਖਤਮ ਕਰੇਗਾ। ਉਹ ਲੋਕ ਹਿੱਤ ਦੇ ਵਿੱਚ ਨਹੀਂ ਹੈ। ਉਸ ਦੇ ਨਾਲ ਕੀ ਹੋਏਗਾ, ਮੈਨੀਫੋਲਡ ਉਹਦੇ ਵਿੱਚ ਇਨਕਰੀਜ਼ ਹੋ ਜਾਏਗੀ, ਮਲਟੀਪਲ ਟਾਈਮਸ ਪੈਟਰੋਲ ਡੀਜ਼ਲ ਦੇ ਵਿੱਚ ਇਨਕਰੀਜ਼ ਹੋ ਜਾਏਗੀ। ਤਾਂ ਇਦਾਂ ਦੀਆਂ ਜਿਹੜੀਆਂ ਨੀਤੀਆਂ ਨੇ, ਇਹ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਖਰਾਬ ਕਰਦੀਆਂ ਨੇ। ਇੰਡੀਆ ਗਰੀਬ ਨਹੀਂ ਹੈ, ਨਾ ਹੀ ਇੰਡੀਅਨਸ ਗਰੀਬ ਨੇ, ਪਰ ਕਸੂਰ ਹੈ ਉਹਨਾਂ ਨੀਤੀਆਂ ਦਾ, ਕਸੂਰ ਹੈ ਉਸ ਸੋਚ ਦਾ ਜੋ ਗਲਤ ਨੀਤੀਆਂ ਬਣਾਉਂਦੇ ਨੇ। ਔਰ ਗਲਤ ਨੀਤੀਆਂ ਕਰਕੇ ਰਿਜ਼ਲਟ ਇਹ ਆਉਂਦੇ ਨੇ ਕਿ ਇੰਡੀਆ ਗਰੀਬ ਹੋ ਰਿਹਾ ਹੈ, ਇੰਡੀਆ ਦੇ ਲੋਕ ਗਰੀਬ ਹੋ ਰਹੇ ਨੇ, ਤੇ ਪੈਸੇ ਦਾ ਮੁੱਲ ਜਿਹੜਾ ਹੈ ਉਹ ਡਾਲਰ ਦੇ ਮੁਕਾਬਲੇ ਦੇ ਵਿੱਚ ਥੱਲੇ ਤੋਂ ਥੱਲੇ ਜਾ ਰਿਹਾ ਹੈ। ਸੋ ਜ਼ਰੂਰਤ ਹੈ ਸਹੀ ਸੋਚ ਦੀ, ਸਹੀ ਨੀਤੀਆਂ ਦੀ, ਤਾਂ ਕਿ ਭਾਰਤ ਦੀ ਸਥਿਤੀ ਇਕਨੋਮਿਕਲੀ ਸਟਰੋਂਗ ਕੀਤੀ ਜਾ ਸਕੇ, ਜਿਸ ਨਾਲ ਅਸੀਂ ਸੋਸ਼ਲੀ ਵੀ ਸਟਰੋਂਗ ਹੋ ਸਕੀਏ। ਜ਼ਰੂਰਤ ਹੈ ਇੱਕ ਪੋਲੀਟੀਕਲ ਵਿਲ ਦੀ, ਤੇ ਸਾਨੂੰ ਇਹ ਰਸਤਾ ਮਿਲਦਾ ਹੈ ਸਾਡੇ ਪਵਿੱਤਰ ਗ੍ਰੰਥਾਂ ਤੋਂ, ਜਿੱਥੋਂ ਸਾਨੂੰ ਇਹ ਸੋਚ ਮਿਲਦੀ ਹੈ ਬਾਬਾ ਨਾਨਕ ਦੀ ਬਾਣੀ ਤੋਂ, ਕਿ ਸਹੀ ਸੋਚ ਨਾਲ ਜੇ ਚੱਲੋਗੇ ਤਾਂ ਹੀ ਸਹੀ ਨੀਤੀ ਬਣੇਗੀ, ਔਰ ਜੇ ਸਹੀ ਸੋਚ ਨਾਲ ਚੱਲੋਗੇ ਤਾਂ ਹੀ ਸਹੀ ਨਤੀਜੇ ਆਉਣਗੇ। ਬਹੁਤ ਬਹੁਤ ਸ਼ੁਕਰੀਆ ਰਾਜੀਵ ਜੀ, ਤੁਸੀਂ ਆਪਣੇ ਰਿਸਰਚ ਵਰਕ ਨੂੰ ਸਾਡੇ ਨਾਲ ਸਾਂਝਾ ਕੀਤਾ। ਥੈਂਕ ਯੂ ਸੋ ਮਚ। ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣਦੇ ਹੋ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।